नमस्कार दोस्तों, वेलकम टू बालाजी एजुकेशन पॉइंट। दोस्तों ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਗਿਆਨ ਯਾਤਰਾ ਈਟੀਟੀ ਲਈ ਗਿਆਨ ਯਾਤਰਾ ਨਾਮ ਦੀ ਇੱਕ ਫ੍ਰੀ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਵੱਖ-ਵੱਖ ਟੌਪਿਕ ਦੇ MCQs ਸ਼ੇਅਰ ਕਰਾਂਗੇ। ਠੀਕ ਹੈ ਜੀ, ਜਿਵੇਂ ਅੱਜ ਦੀ ਆਪਣੀ ਵੀਡੀਓ ਹੈ ਇਹ ਮੈਥ ਦੇ MCQs ਨੂੰ ਲੈ ਕੇ ਰਹੂਗੀ। ਮੈਥ ਦੇ MCQs ਜਾਂ ਈਟੀਟੀ ਦੇ ਜਿੰਨੇ ਵੀ ਆਪਣੇ ਕੋਲੇ ਟੌਪਿਕਸ ਆਉਂਦੇ ਨੇ ਉਹਨਾਂ ਦੀਆਂ ਅਸੀਂ ਫ੍ਰੀ ਵੀਡੀਓਜ਼ ਉਹਨਾਂ ਦੇ ਫ੍ਰੀ MCQs ਸ਼ੇਅਰ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਆਉਣ ਵਾਲੇ ਈਟੀਟੀ ਦੇ ਐਗਜ਼ਾਮ ਦੇ ਵਿੱਚ ਹੈਲਪ ਮਿਲ ਸਕੇ। ਤਾਂ ਦੋਸਤੋ ਜਿਵੇਂ ਕਿ ਈਟੀਟੀ ਵਾਲੇ ਸਟੂਡੈਂਟ ਕਾਫੀ ਜ਼ਿਆਦਾ ਮਿਹਨਤ ਕਰਦੇ ਨੇ ਤਾਂ ਉਹਨਾਂ ਲਈ ਕੁਝ ਮਿਹਨਤ ਅਸੀਂ ਕਰ ਰਹੇ ਹਾਂ। ਤੁਸੀਂ ਕਰਨਾ ਕੀ ਹੈ, ਜੇ ਤੁਹਾਨੂੰ ਵੀਡੀਓ ਪਸੰਦ ਆਵੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਊਗਾ, ਤੁਸੀਂ ਟੈਲੀਗ੍ਰਾਮ ਦਾ ਲਿੰਕ ਜੁਆਇਨ ਕਰ ਸਕਦੇ ਹੋ ਤੇ ਇੱਕ WhatsApp ਗਰੁੱਪ ਦਾ ਲਿੰਕ ਦਿੱਤਾ ਹੋਊਗਾ, ਤੁਸੀਂ WhatsApp ਦਾ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਤੇ ਬਿਲਕੁਲ ਫ੍ਰੀ ਆਫ ਕੋਸਟ ਹੈ, ਇਸ ਦੇ ਕੋਈ ਚਾਰजेस ਨਹੀਂ। ਇਸ ਨੂੰ ਬਣਾਉਣ ਦਾ ਮੇਨ ਮਕਸਦ ਕੀ ਹੈ ਵੀ ਕੋਈ ਵੀ ETT ਪੇਪਰ 2 ਦੀ ਕੋਈ ਵੀ ਨਿਊਜ਼ ਆਂਦੀ ਹੈ ਜਾਂ ETT ਦੇ ਰਿਲੇਟਡ ਕੋਈ ਵੀ ਨਿਊਜ਼ ਆਂਦੀ ਹੈ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਠੀਕ ਹੈ ਜੀ, ਤਾਂ ਜੋ ਤੁਹਾਨੂੰ ਆਪਣਾ ਫਿਊਚਰ ਬਣਾਉਣ ਦੇ ਵਿੱਚ ਹੈਲਪ ਮਿਲ ਸਕੇ। ਤਾਂ ਦੋਸਤੋ ਸਾਡੀਆਂ ਫ੍ਰੀ ਵੀਡੀਓਜ਼ ਲਈ ਹਨਾ ਸਾਰਾ ਮਟੀਰੀਅਲ ਇਸ ਦੇ ਵਿੱਚ ਫ੍ਰੀ ਹੋਊਗਾ, ਕੋਈ ਪੇਡ ਗਰੁੱਪ ਦੀ ਹਲੇ ਮੈਂ ਪ੍ਰਮੋਸ਼ਨ ਨਹੀਂ ਕਰ ਰਿਹਾ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਫ੍ਰੀ ਹੋਣਗੀਆਂ ਤਾਂ ਸਿਰਫ ਬਸ ਤੁਹਾਡਾ ਪਿਆਰ ਚਾਹੀਦਾ ਤੇ ਲਾਈਕ ਚਾਹੀਦੇ ਨੇ। ਠੀਕ ਹੈ ਜੀ, ਤਾਂ ਅੱਜ ਦੀ ਕਲਾਸ ਦੇ ਵਿੱਚ ਮੈਥ ਦੇ MCQ ਸ਼ੁਰੂ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਪਹਿਲੇ 10 MCQs ਪੜਾਂਗੇ। ਦੇਖੋ ਸਾਰੇ ਦੇ ਸਾਰੇ MCQs ਡਿਫਿਕਲਟ ਨਹੀਂ ਹੋਣਗੇ, ਸਾਰੇ ਈਜ਼ੀ ਨਹੀਂ ਹੋਣਗੇ। ਪ੍ਰੀਵੀਅਸ ਈਅਰ ਪੇਪਰ ਜਿਵੇਂ ਕਿ 2021 ਦੇ ਵਿੱਚ ਪੇਪਰ ਹੋਇਆ ਸੀ, 2020 ਦੇ ਵਿੱਚ ਪੇਪਰ ਹੋਇਆ ਸੀ, ਪ੍ਰੀਵੀਅਸ ਈਅਰ ਪੇਪਰ ਜਿਹੜੇ ਹੋਏ ਸੀ ਉਹਨਾਂ ਦੇ ਕੁਐਸਚਨਸ ਵੀ ਆਪਾਂ ਸਿਲੈਕਟ ਕਰਾਂਗੇ, ਨਵੇਂ ਕੁਐਸਚਨਸ ਵੀ ਚੱਕਾਂਗੇ। ਜਿੱਦਾਂ ਦਾ ਪੇਪਰ ਦੇ ਵਿੱਚ ਪੈਟਰਨ ਆਂਦਾ ਉਹ ਸਾਰੇ ਤਰ੍ਹਾਂ ਦੇ ਕੁਐਸਚਨ ਅਟੈਂਪਟ ਹੋਣਗੇ ਆਪਣੇ ਇਹਨਾਂ ਫ੍ਰੀ ਵੀਡੀਓਜ਼ ਦੇ ਵਿੱਚ। ਤਾਂ ਜੇ ਤੁਸੀਂ ਤਿਆਰੀ ਕਰ ਰਹੇ ਹੋ ETT ਪੇਪਰ 2 ਦੀ ਜਾਂ ETT ਦੀ ਤਾਂ ਤੁਸੀਂ ਇਹ ਵੀਡੀਓਜ਼ ਨੂੰ ਜ਼ਰੂਰ ਦੇਖੋ ਤਾਂ ਜੋ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ ਹੈਲਪ ਮਿਲ ਸਕੇ। ਤਾਂ ਸਟੂਡੈਂਟਸ ਪਹਿਲਾ ਕੁਐਸਚਨ ਜਿਵੇਂ ਕਿ ਤੁਹਾਡੀ ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਹੈ, ਨਾਲ ਮੈਨੇ ਪੰਜਾਬੀ ਦੇ ਵਿੱਚ ਵੀ ਸਟੇਟਮੈਂਟ ਦਿੱਤੀ ਹੋਈ ਹੈ, ਇੰਗਲਿਸ਼ ਦੇ ਵਿੱਚ ਵੀ ਸਟੇਟਮੈਂਟ ਦਿੱਤੀ ਹੋਈ ਹੈ। ਤਾਂ ਜਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਕੰਫਰਟੇਬਲ ਹੋ ਉਹ ਲੈਂਗੁਏਜ ਦੇ ਵਿੱਚ ਆਪਣਾ ਸਵਾਲ ਪੜ੍ਹ ਸਕਦੇ ਹੋ, ਖੁਦ ਟਰਾਈ ਕਰ ਸਕਦੇ ਹੋ ਤੇ ਮੈਨੇ ਸੋਲਵ ਕਰਵਾਇਆ ਹੋਇਆ ਉਸ ਤੋਂ ਤੁਸੀਂ ਮਦਦ ਲੈ ਸਕਦੇ ਹੋ। ਕੁਝ ਸ਼ਾਰਟਕਟਸ ਮਿਲਣਗੇ, ਉਹ ਸ਼ਾਰਟਕਟਸ ਨਾਲ ਤੁਹਾਡੀ ਹੋਰ ਹੈਲਪ ਹੋਊਗੀ। ਠੀਕ ਹੈ ਜੀ, ਤਾਂ ਪਹਿਲਾ ਕੁਐਸਚਨ ਸ਼ੁਰੂ ਕਰਦੇ ਹਾਂ। ਜਿਵੇਂ ਕਿ ਪਹਿਲਾ ਸਵਾਲ ਕੀ ਕਹਿੰਦਾ ਹੈ, ਕਹਿੰਦਾ the sides of triangular board are bar 13 ਸੈਂਟੀਮੀਟਰ 14 ਸੈਂਟੀਮੀਟਰ ਐਂਡ 15 ਸੈਂਟੀਮੀਟਰ। ਇੱਕ ਤ੍ਰਿਕੋਣੀ ਬੋਰਡ ਦੇ ਪਾਸੇ 13 ਸੈਂਟੀਮੀਟਰ 14 ਸੈਂਟੀਮੀਟਰ ਅਤੇ 15 ਸੈਂਟੀਮੀਟਰ ਹਨ। the cost of painting it at rate of rupees 5% per centimeter square is। ਹੁਣ ਦੋਸਤੋ ਕੀ ਕਹਿੰਦਾ ਕਿੰਨਾ ਖਰਚਾ ਹੋਇਆ ਜੇ पर सेंटीमीटर स्क्वायर मतलब 1 सेंटीमीटर स्क्वायर ते कितना रुपया खर्चा आंदा है, 5 रुपया खर्चा आंदा है। कहने दा भाव की है जे 1 सेंटीमीटर स्क्वायर नू पेंट करन दा खर्चा 5 रुपया आंदा है, 5 रुपया आंदा है, तां टोटल खर्चा दसो कितना आऊगा, तां टोटल कितना खर्चा आऊगा। ये सवाल है दोस्तों अपना। हुण करना किवें है, देखो कई बच्चे कन्फ्यूज होंगे ने भी आपने इस क्वेश्चन दे विच। देखो सब तो पहला तो ट्रायंगल है, थोनू क्लीयर होना चाहिए भी ट्रायंगल है जी 2D इमेज होंगी है, 2 डायमेंशन इमेज होंगी है। ठीक है जी, तो 2D इमेज दे विच आपां दो चीज़ां पता करते हैं, एक पैरीमीटर पता करते होंगे, एक आपां की पता करते हैं एरिया। एक पैरीमीटर एक एरिया। ਤਾਂ ਹੁਣ ਆਪਣੇ ਕੋਲੇ ਜਿਹੜਾ ਆਪਾਂ ਨੇ ਪਤਾ ਕਰਨਾ ਹੈ ਸੈਂਟੀਮੀਟਰ ਸਕੁਅਰ ਦੇ ਵਿੱਚ ਪਤਾ ਕਰਨਾ ਹੈ। ਹੁਣ ਸੈਂਟੀਮੀਟਰ ਸਕੁਅਰ ਦੇ ਵਿੱਚ ਜਿਹੜੇ ਯੂਨਿਟਸ ਹੁੰਦੇ ਨੇ ਉਹ ਕਿਸ ਦੇ ਹੁੰਦੇ ਨੇ ਸਟੂਡੈਂਟਸ, ਏਰੀਆ ਦੇ। ਕਦੇ ਵੀ ਪੈਰੀਮੀਟਰ ਦੇ ਯੂਨਿਟ ਨੇ ਜਿਹੜੇ ਸਕੁਅਰ ਦੇ ਵਿੱਚ ਨਹੀਂ ਹੁੰਦੇ। ਮਤਲਬ ਆਪਾਂ ਨੇ ਸਭ ਤੋਂ ਪਹਿਲਾਂ ਕੀ ਪਤਾ ਕਰਨਾ ਹੈ ਵੀ ਕਿੰਨਾ ਏਰੀਆ। ਹੁਣ ਇਸ ਕੁਐਸਚਨ ਨੂੰ ਕਰਨ ਦਾ ਤਰੀਕਾ ਕੀ ਹੈ, ਦੇਖੋ ਇੱਕ ਟ੍ਰਾਇੰਗਲ ਹੈ ਜਿਹਦੀਆਂ ਸਾਰੀਆਂ ਸਾਈਡਾਂ ਦੇਤੀਆਂ ਤਾਂ ਏਰੀਆ ਪਤਾ ਕਰਨਾ ਹੈ। ਤਾਂ ਇਸ ਨੂੰ ਸੋਲਵ ਕਰਨ ਦਾ ਮੈਥਡ ਕੀ ਹੁੰਦਾ, ਤਾਂ ਇਸ ਨੂੰ ਸੋਲਵ ਕਰਨ ਦਾ ਮੈਥਡ ਦੇਖਦੇ ਆਪਾਂ। ਤਾਂ ਦੇਖੋ ਸਭ ਤੋਂ ਪਹਿਲਾਂ ਪੈਰੀਮੀਟਰ ਪਤਾ ਕਰਦੇ ਆ। ਪੈਰੀਮੀਟਰ ਕਿਉਂ ਪਤਾ ਕਰਾਂਗੇ, ਕਿਉਂਕਿ ਜਿਹੜਾ ਆਪਣੇ ਕੋਲੇ ਹੀਰੋਸ ਫਾਰਮੂਲਾ ਹੁੰਦਾ ਉਸ ਦੇ ਵਿੱਚ ਆਪਾਂ ਨੂੰ ਸੈਮੀ ਪੈਰਾਮੀਟਰ ਦੀ ਲੋੜ ਪਊਗੀ। ਚਾਹੇ ਡਾਇਰੈਕਟ ਸੈਮੀ ਪੈਰਾਮੀਟਰ ਪਤਾ ਕਰ ਲਓ, ਡਾਇਰੈਕਟ ਸੈਮੀ ਪੈਰਾਮੀਟਰ ਅੱਧਾ ਪੈਰੀਮੀਟਰ, ਅੱਧਾ ਘੇਰਾ
ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਸੈਮੀ ਪੈਰਾਮੀਟਰ ਦਾ ਫਾਰਮੂਲਾ ਕੀ ਹੁੰਦਾ? ਤਿੰਨੋਂ ਸਾਈਡਾਂ ਦਾ ਜੋੜ ਬਾਏ 2, ਤਿੰਨੋਂ ਸਾਈਡਾਂ ਦਾ ਜੋੜ ਵਟਾ 2। ਤੁਹਾਨੂੰ ਇਹ ਫਾਰਮੂਲੇ ਕਲੀਅਰ ਹੋਣੇ ਚਾਹੀਦੇ ਨੇ। ਤਾਂ ਜੇ ਆਪਾਂ ਜੋੜ ਕਰਾਂਗੇ ਇਹਨਾਂ ਦਾ, ਆਪਣੇ ਕੋਲੇ ਜੋੜ ਕਰਕੇ ਬਣ ਜੂਗਾ 42/2। ਤਾਂ ਸੈਮੀ ਪੈਰਾਮੀਟਰ ਜਿਹਨੂੰ ਆਪਾਂ S ਦਾ ਸਾਈਨ ਦਿੰਨੇ ਆ, ਸੈਮੀ ਪੈਰਾਮੀਟਰ S ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ? 21। ਹੁਣ ਏਰੀਏ ਲਈ, ਏਰੀਆ ਆਪਣੇ ਕੋਲੇ ਕੀ ਫਾਰਮੂਲਾ ਹੁੰਦਾ ਸਟੂਡੈਂਟਸ? ਹੀਰੋਜ਼ ਫਾਰਮੂਲਾ। ਜੇ ਤੁਸੀਂ ਸੁਣਿਆ ਹੋਊਗਾ ਹੀਰੋਜ਼ ਫਾਰਮੂਲਾ ਲਿਖਦਾ ਮੈਂ, ਕੀ ਹੁੰਦਾ? ਅੰਡਰਰੂਟ ਆਫ S ਮਾਈਨਸ A S ਮਾਈਨਸ B S ਮਾਈਨਸ C। ਤਾਂ ਦੇਖੋ ਪੁੱਟ ਕਰਦੇ ਆ, S ਦੀ ਵੈਲਿਊ ਆਪਣੇ ਕੋਲੇ 21 ਮਲਟੀਪਲਾਈ ਬਾਈ 21 ਮਾਈਨਸ 13, 21 ਚੋਂ 3 ਘਟਾਊਂਗਾ 8, ਗੁਣਾ 21 ਚੋਂ ਮੈਂ ਅੱਗੇ 14 ਘਟਾਊਂਗਾ, 21 ਚੋਂ 14 ਘਟਾਊਂਗਾ 7, ਗੁਣਾ 21 ਚੋਂ ਅੱਗੇ 15 ਘਟਾਊਂਗਾ 6। ਤਾਂ 21 ਗੁਣਾ 8 ਗੁਣਾ 7 ਗੁਣਾ 6। ਤਾਂ ਇਸ ਨੂੰ ਜੇ ਮੈਂ ਸੋਲਵ ਕਰੂੰਗਾ, ਇਹ ਬਣ ਜੂਗਾ ਮੇਰੇ ਕੋਲੇ 84 ਸੈਂਟੀਮੀਟਰ ਸਕੁਅਰ। 84 ਸੈਂਟੀਮੀਟਰ ਸਕੁਅਰ ਮਤਲਬ ਮੇਰੇ ਕੋਲੇ ਟੋਟਲ ਏਰੀਆ ਕਿੰਨਾ ਆ ਗਿਆ? 84 ਸੈਂਟੀਮੀਟਰ ਸਕੁਅਰ। ਹੁਣ ਮੈਨੇ ਪਤਾ ਕੀ ਕਰਨਾ ਹੈ? ਖਰਚਾ ਪਤਾ ਕਰਨਾ ਹੈ। ਖਰਚਾ ਕਿਵੇਂ ਪਤਾ ਕਰੂੰਗਾ? ਦੇਖੋ 1 ਸੈਂਟੀਮੀਟਰ ਸਕੁਅਰ ਨੂੰ ਪੇਂਟ ਕਰਨ ਦਾ ਖਰਚਾ ਕਿੰਨਾ ਸੀ? 5 ਰੁਪਏ। ਤਾਂ 84 ਸੈਂਟੀਮੀਟਰ ਸਕੁਅਰ ਨੂੰ ਪੇਂਟ ਕਰਨ ਦਾ ਖਰਚਾ ਕਿੰਨਾ ਹੋ ਜਾਊਗਾ? 5 ਗੁਣਾ 84, 5 ਗੁਣਾ 84। ਕੀ ਆਨਸਰ ਆ ਗਿਆ ਸਟੂਡੈਂਟਸ ਆਪਣੇ ਕੋਲੇ? 420 ਰੁਪੀਜ਼। ਤਾਂ ਪਹਿਲੇ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਕੀ ਆ ਜਾਊਗਾ? ਬੀ ਆਪਸ਼ਨ। ਪਹਿਲੇ ਕੁਐਸਚਨ ਦਾ ਆਨਸਰ ਆ ਗਿਆ ਸਟੂਡੈਂਟਸ ਬੀ ਆਪਸ਼ਨ 420, 420 ਰੁਪਏ। ਤਾਂ ਪਹਿਲਾ ਕੁਐਸਚਨ ਸਾਰਿਆਂ ਨੂੰ ਕਲੀਅਰ ਹੋਣਾ ਚਾਹੀਦਾ, ਠੀਕ ਹੈ ਜੀ। ਪ੍ਰੋਪਰ ਕਨਸੈਪਟ, ਕਦੇ ਵੀ ਸ਼ਾਰਟਕਟ ਮਗਰ ਨਹੀਂ ਭੱਜਦੇ ਹੁੰਦੇ। ਜੇ ਤੁਹਾਡੇ ਕਨਸੈਪਟ ਕਲੀਅਰ ਨੇ, ਤੁਸੀਂ ਪੇਪਰ ਦੇ ਵਿੱਚ ਹਮੇਸ਼ਾ ਜ਼ਿਆਦਾ ਨੰਬਰ ਲੈ ਕੇ ਆਉਂਗੇ, ਮੇਰੀ ਗੱਲ ਯਾਦ ਰੱਖਿਓ। ਨੈਕਸਟ ਸੈਕਿੰਡ ਕੁਐਸਚਨ ਪੜ੍ਹਦੇ ਹਾਂ ਆਪਾਂ। ਕਹਿੰਦਾ ਇਨ ਅ ਮੋਡਰੇਟਲੀ ਅਸਿਮੈਟ੍ਰਿਕਲ ਡਿਸਟ੍ਰੀਬਿਊਸ਼ਨ, ਠੀਕ ਹੈ ਜੀ, the mode and mean are 32.1 and 35.4 respectively। the median is, ਆਪਾਂ ਨੇ ਮੀਡੀਅਨ ਪਤਾ ਕਰਨਾ ਹੈ। ਮੋਡ ਦੀ ਵੈਲਿਊ ਦੇਤੀ, ਮੀਨ ਦੀ ਵੈਲਿਊ ਦੇਤੀ। ਹੁਣ ਇਸ ਕੁਐਸਚਨ ਨੂੰ ਸੋਲਵ ਕਰਨ ਦਾ ਦੋਸਤੋ, ਇਹ ਕੁਐਸਚਨ 2020 ਦੇ ਪੇਪਰ 'ਚ ਵੀ ਆਇਆ ਸੀ, 2021 ਦੇ ਪੇਪਰ 'ਚ ਵੀ ਆਇਆ ਸੀ। ਮਤਲਬ ਲਗਾਤਾਰ ਹਰ ਇੱਕ ਪੇਪਰ ਦੇ ਵਿੱਚ ਆ ਰਿਹਾ। ਤਾਂ ਇੰਪੋਰਟੈਂਟ ਕੁਐਸਚਨ ਹੈ, ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਤੇ ਜੇ ਤੁਹਾਨੂੰ ਇਸ ਦਾ ਫਾਰਮੂਲਾ ਪਤਾ ਹੈ ਤਾਂ ਤੁਸੀਂ ਬਹੁਤ ਆਸਾਨੀ ਨਾਲ ਕਰ ਸਕਦੇ ਹੋ। ਇਸ ਦਾ ਫਾਰਮੂਲਾ ਕੀ ਹੁੰਦਾ? ਮੋਡ ਇਕੁਅਲ ਟੂ 3 ਮੀਡੀਅਨ ਮਾਈਨਸ 2 ਮੀਨ। ਇਸ ਕੁਐਸਚਨ ਨੂੰ ਸੋਲਵ ਕਰਨ ਦਾ ਇਹ ਫਾਰਮੂਲਾ ਹੁੰਦਾ ਤੇ ਇਹ ਫਾਰਮੂਲਾ ਤੁਸੀਂ ਯਾਦ ਰੱਖਣਾ। ਤਾਂ ਇਸ ਦੇ ਵਿੱਚ ਹੁਣ ਆਪਾਂ ਵੈਲਿਊਜ਼ ਪੁੱਟ ਕਰ ਦਾਂਗੇ, ਉਸ ਤੋਂ ਬਾਅਦ ਕੁਐਸਚਨ ਨੂੰ ਸੋਲਵ ਕਰ ਦਾਂਗੇ। ਮੋਡ ਦੀ ਵੈਲਿਊ ਦੇਤੀ 32.1 ਇਕੁਅਲ ਟੂ 3 ਮੀਡੀਅਨ ਆਪਾਂ ਨੇ ਪਤਾ ਕਰਨਾ 3x ਲਿਖ ਲੈਣੇ ਆ, ਮਾਈਨਸ 2 ਮੀਨ। ਮੀਨ ਦੀ ਵੈਲਿਊ ਮੇਰੇ ਕੋਲੇ ਕਿੰਨੀ ਹੈ? 35.4। ਤਾਂ ਹੁਣ ਜੇ ਮੈਂ ਇਸ ਨੂੰ ਗੁਣਾ ਕਰੂੰਗਾ ਮੇਰੇ ਕੋਲੇ ਕਿੰਨਾ ਬਣ ਜਾਊਗਾ? 70.8। ਤਾਂ ਕੀ ਬਣ ਗਿਆ ਸਟੂਡੈਂਟਸ ਆਪਣੇ ਕੋਲੇ? 32.1 ਇਕੁਅਲ ਟੂ 3x ਮਾਈਨਸ 70.8। ਤਾਂ ਮਾਈਨਸ ਵਾਲੀ ਵੈਲਿਊ ਇੱਧਰ ਜਾ ਕੇ ਐਡ ਹੋ ਜੂਗੀ, ਮਾਈਨਸ ਵਾਲੀ ਵੈਲਿਊ ਇੱਧਰ ਜਾ ਕੇ ਐਡ ਹੋ ਜੂਗੀ। ਕਿੰਨਾ ਬਣ ਜੂਗਾ? 102.9 ਇਕੁਅਲ ਟੂ 3x। ਤਾਂ x ਦੀ ਵੈਲਿਊ ਕਿੰਨੀ ਆ ਗਈ? 102.9 ਬਟਾ 3। ਤਾਂ ਇਸ ਕੁਐਸਚਨ ਦਾ ਆਨਸਰ ਆ ਗਿਆ 34.3। ਤਾਂ ਇਸ ਕੁਐਸਚਨ ਦਾ ਸਟੂਡੈਂਟਸ ਆਪਣੇ ਕੋਲੇ ਕਿੰਨਾ ਆਨਸਰ ਆ ਜਾਊਗਾ? 34.3। ਤਾਂ ਮੀਡੀਅਨ ਆ ਗਿਆ 34.3। ਤਾਂ ਜਦੋਂ ਵੀ ਇਸ ਟਾਈਪ ਦਾ ਕੁਐਸਚਨ ਆ ਜੇ, ਆ ਫਾਰਮੂਲਾ ਯਾਦ ਰੱਖਣਾ ਇੰਪੋਰਟੈਂਟ ਹੈ। ਇਹ ਕੁਐਸਚਨ ਲਗਾਤਾਰ ਪਿਛਲੇ 2 ਸਾਲਾਂ ਤੋਂ ਪੇਪਰ ਦੇ ਵਿੱਚ ਕੁਐਸਚਨ ਆ ਰਿਹਾ, ਤਾਂ ਇੰਪੋਰਟੈਂਟ ਕੁਐਸਚਨ ਹੋ ਜਾਂਦਾ ਇਹ, ਠੀਕ ਹੈ ਜੀ। ਤਾਂ ਸਟੂਡੈਂਟਸ ਇਹ ਸੀ ਆਪਣੇ ਕੋਲੇ ਅੱਜ ਦਾ ਸੈਕਿੰਡ ਕੁਐਸਚਨ। ਨੈਕਸਟ ਚੱਲਦੇ ਹਾਂ ਥਰਡ ਕੁਐਸਚਨ ਤੇ। ਥਰਡ ਕੁਐਸਚਨ 7 sin square theta plus 3 cos square theta equal to 4 then tan theta is equal to। ਤਾਂ tan theta ਦੀ ਵੈਲਿਊ ਪਤਾ ਕਰੋ। ਤਾਂ ਹੁਣ ਟ੍ਰਿਗਨੋਮੈਟਰੀ ਦੇ ਵਿੱਚੋਂ ਸਟੂਡੈਂਟ ਕੁਐਸਚਨ ਹੈ ਇਹ। ਸਭ ਤੋਂ ਪਹਿਲਾਂ ਇਹਨੂੰ ਸੋਲਵ ਕਿਵੇਂ ਕਰਨਾ? ਦੇਖੋ ਇੱਕ ਕਨਸੈਪਟ ਕਲੀਅਰ ਹੋਵੇ ਤੁਹਾਡੇ ਕੋਲੇ, ਸਾਈਨ ਸਕੁਅਰ ਥੀਟਾ ਪਲਸ ਕੋਸ ਸਕੁਅਰ ਥੀਟਾ। ਸਾਈਨ ਸਕੁਅਰ ਥੀਟਾ ਪਲਸ ਕੋਸ ਸਕੁਅਰ ਥੀਟਾ ਆਪਣੇ ਕੋਲੇ ਕਿੰਨਾ ਹੁੰਦਾ? 1।
साइन स्केयर थीटा प्लस कोस स्केयर थीटा स्टूडेंट्स अपने को कितना हुंदा है 1। तो हुण इसनूं आपां किवें करांगे, देखो आ इक्वेशन है 7 साइन स्केयर थीटा प्लस 3 कोस स्केयर थीटा इक्वल टू 4। हुण इहनूं आपां किवें लिख सकते हैं 4 साइन स्केयर थीटा प्लस 3 साइन स्केयर थीटा। देखो 4 साइन स्केयर थीटा प्लस 3 साइन स्केयर थीटा 7 साइन स्केयर थीटा बन जाऊगा प्लस 3 कोस स्केयर थीटा इक्वल टू 4। तो देखो आ चीज बन गई। तो 4 साइन स्केयर थीटा प्लस देखो आ वैल्यू 3 साइन स्केयर थीटा प्लस 3 कोस स्केयर थीटा, 3 कॉमन आ जाऊगा, अंदर रह जाऊगा साइन स्केयर थीटा प्लस कोस स्केयर थीटा की वैल्यू कितनी आ जाएगी 1। तो 3 इंटू 1 3 हो गया, 3 इधर आके माइनस हो जाऊगा। तो 4 साइन स्केयर थीटा किस दे बराबर आ गया 4 माइनस 3 1। तो साइन स्केयर थीटा स्टूडेंट्स आ गया 1/4। तो साइन थीटा वैल्यू कितनी आ गई, साइन थीटा की वैल्यू आ गई 1/2। स्केयर रूट हो जाऊगा दोनों साइड ते, दोनों साइड ते आप स्केयर रूट कर देंगे। साइन थीटा की वैल्यू 1/2, साइन थीटा की वैल्यू 1/2 कितने होंगी है 30 डिग्री ते। तो थीटा की वैल्यू कितनी आ गई स्टूडेंट्स 30 डिग्री। थीटा आ गया 30 डिग्री। तो टैन थीटा मतलब टैन 30 की वैल्यू कितनी होंगी है 1/√3। टैन 30 की वैल्यू कितनी होंगी है 1/√3। डी ऑप्शन यही है अपने को 1/√3। तो ये सी अपने को थर्ड क्वेश्चन। ट्रिग्नोमैट्री कई बच्चों डिफिकल्ट लगती है, डिफिकल्ट नहीं, जे तुसी कंसैप्ट समझ के चलोगे तो कुछ भी डिफिकल्ट नहीं हैगा। ठीक है जी। तो इस तरीके नाल आपां एक क्वेश्चन अटैम्प्ट कर सकते सी। डी ऑप्शन है देखो 1/√3। नैक्सट फोर्थ क्वेश्चन। हुण इस क्वेश्चन दे विच वैल्यूज पुछिया हुई ने, देखो tan स्केयर 60 साइन 4 साइन स्केयर 45। तो ये वैल्यूज तुहानूं सारियां याद होण, ये वैल्यूज याद होण साइन 0 तो लैके साइन 90 तक, जिमें कि आपां वैल्यूज याद करते हुंदे आ। ठीक है, मैं टेबल बनवा दिना साइन कोस टैन, थोड़ा डिटेल दे विच दस रहा 0 30 45 60 90। तो साइन 0 की वैल्यू स्टूडेंट्स कितनी होंगी है 0, 1/2 1/√2 √3/2 1। तो अपने को साइन 0 की वैल्यू 0, साइन 30 की वैल्यू 1/2, साइन 45 की 1/√2, साइन 60 की √3/2, साइन 90 की 1। कोस थीटा की रिवर्स कर दो, उरे 1 आ जाऊगा √3/2 1/√2 1/2 0। टैन दी दोहां डिवाइड करते चलो 0/1 0, 1/√3 1 √3 नॉट डिफाइंड, इनफाइनाइट कह सकते हैं या नॉट डिफाइंड। हुण इस तो बाद होर की याद रखना है, साइन थीटा कादे बराबर हुंदा है 1/कोसिकेंड थीटा। कोस थीटा कादे बराबर हुंदा है 1/सीकेंड थीटा। टैन थीटा कादे बराबर हुंदा है 1/कोट थीटा। तो स्टूडेंट्स ये कुछ वैल्यूज ने जिहड़ियां तुसी याद रखनियां ने। तो हुण आपां वैल्यू पुट करते हैं, देखो tan 60 की वैल्यू कितनी है √3। तो √3 का स्केयर 3 प्लस साइन स्केयर 45, देखो 4 साइन स्केयर 45, साइन 45 की वैल्यू कितनी है देखो साइन 45 की वैल्यू 1/√2, 1/√2 का स्केयर करूंगा 1/2। तो 4 इंटू 1/2 कट के कितना आ जाऊगा 2 प्लस 3 सीकेंड स्केयर 30। तब कोस 30 देखो कोस 30 2/√3/2 है, तो कितना बन जाऊगा 2/√3, 2/√3 तो 2 का स्केयर 4 √3 का स्केयर 3। तो ये कट के कितना आ गया 4। कोस 90 0, तो ये तो 0 ही रह गया। डिवाइड बाई कोसिकेंड 30, तो साइन 30 देखते हैं 1/2, 1/2 का पुट्ठा कर देंगे 2 प्लस सीकेंड 60 कोस 60 कितना है 1, कोस 60 1/2, 1/2 का पुट्ठा कर देंगे 2 माइनस कोट स्केयर 30, तो tan 30 कितना 1/√3, 1/√3 का पुट्ठा किया √3 का स्केयर करता 3।
तो जे आप इनू सोल्व करांगे 4 5 6 7 8 9 9/1 तो अपने को कितना आंसर आ गया स्टूडेंट्स 9। तो इस तरीके नाल आपां ये क्वेश्चन सोल्व कर सकते सी। बट जे तुहानूं आ वैल्यूज याद ने तो ये वैल्यूज तुहानूं याद होनियां चाहिए ने। ये भी ट्रिग्नोमैट्री का क्वेश्चन सी ते 2021 वाले पेपर दे विच क्वेश्चन आया सी। ठीक है जी। तो ये सी अपनी अज दी वीडियो का 4th क्वेश्चन। नैक्सट चलते हैं 5th नंबर क्वेश्चन ते। यह क्वेश्चन तुहानूं अगे आने वाले पेपर दे विच बहुत हेल्प करनगे। नैक्सट क्वेश्चन है अ कोन शेप्ड टेंट हैज़ अ रेडियस इज 120 मीटर। कहंदा कोई कोन शेप टेंट है। देखो इस तरीके नाल तंबू है ना, कोई तंबू गड़िया होया जिसका घेड़ा कितना देता 120 मीटर, रेडियस 120 मीटर, द हाइट ऑफ टेंट इज 9 मीटर। उरे थोड़ी जी करेक्शन कर लियो स्टूडेंट्स, अपने को रेडियस 12 मीटर आऊगा, रुपए 120 पर मीटर स्क्वायर, रुपए किन्ने आएंगे 120 पर मीटर स्क्वायर। ठीक है जी। रेडियस है 12 मीटर, नोट 120, रेडियस है 12 मीटर। हाइट ऑफ टेंट इज 9 मीटर। हाइट अपने को आ चीज होंगी है, हाइट कितनी मीटर देती 9 मीटर। अपा ने की करना है, कॉस्ट ऑफ फैब्रिक फॉर टेंट इज 120 पर मीटर स्क्वायर, मतलब 1 मीटर स्क्वायर का खर्चा कितना देता 120 रुपए। हुण मीटर स्क्वायर है, मीटर स्क्वायर है मतलब आपां की चाहिए, आपां की चाहिए एरिया, ते इस दे विच टेंट है जिहड़ा कौन है 3D शेप होंगी है। कौन 3D शेप होंगी है? 3 चीज़ां होंदियां ने, कर्व्ड सरफेस एरिया, टोटल सरफेस एरिया, एक वॉल्यूम। वॉल्यूम दे यूनिट ने जेडे क्यूब च हुंदे ने, मीटर या सेंटीमीटर क्यूब। तो वॉल्यूम तो आपां ने फाइंड नहीं करना, एदे यूनिट भी स्क्वायर च हुंदे ने, इसदे यूनिट भी स्क्वायर च हुंदे ने। तब बट हुण आपां कर्व्ड सरफेस एरिया लवांगे या टोटल सरफेस एरिया लवांगे। देखो आपां ने कोई टेंट बनना है, टेंट बनना आपां नीचे दा नहीं टेंट दे कपड़ा लावांगे, आपां टेंट दा कपड़ा जिहड़ा आले दुआले बन्नांगे सारा वही काउंट करांगे। नीचे आपां कोई कपड़ा नहीं लांदे टेंट वाला, आपां जिहड़ा टेंट दे आले दुआले लगावांगे, आ बाहरला कपड़ा लगावांगे, जिहड़ा टेंट दे बाहर कपड़ा लगावांगे सिर्फ वो कपड़ा काउंट होगा। ते वो की हुंदा कर्व्ड सरफेस एरिया। मतलब इस क्वेश्चन दे विच आपां ने पता की करना है कर्व्ड सरफेस एरिया, ते कर्व्ड सरफेस एरिया दा फॉर्मूला की हुंदा पाई आर एल। कौन दे कर्व्ड सरफेस एरिया दा फॉर्मूला हुंदा पाई आर एल। एल की हुंदी है स्लांट हाइट, एल हुंदी है स्टूडेंट स्लांट हाइट। हुणे पता किवें करदे ने, अपने को एक राइट ट्रायंगल बन जाती है उरे, जिस दे विच आ 12 आ 9, पाइथागोरस थ्योरम लगा के आप ये पता कर लांगे। पाइथागोरस थ्योरम लगा के पता करांगे 12 का स्क्वायर 144 प्लस 9 का स्क्वायर 81 अंडर रूट 225, 225 का रूट 15, मतलब एल आ गई अपने को 15। तो उरे पुट कर देंगे 22/7 गुना रेडियस कितना अपने को 12 गुना लेंथ आ गई 15, गुना लेंथ आ गई 15। तो इसनों जे आप सोल्व करांगे स्टूडेंट्स अपने को वैल्यू कितनी आ जूगी 565.714, 565.714 मीटर स्क्वायर। तो ये आ गया अपना कर्व्ड सरफेस एरिया। हुण आपां ने कॉस्ट कड्ढनी है, 1 मीटर स्क्वायर का खर्चा 120 रुपए, तो 565.714 मीटर स्क्वायर का खर्चा कितना हो गया 120 गुना 565.714। इसनों गुना कर देंगे अपने को आंसर आ जाऊगा 6788.5.71, अप्रोक्सीमेट इन्ना आंसर आ जाऊगा, जेडी की अपनी ऑप्शन ए है। मतलब अपना आंसर की आ गया ए ऑप्शन। तो ए सी स्टूडेंट्स 5th क्वेश्चन। नैक्सट चलते हैं 6 नंबर क्वेश्चन ते। 6 नंबर क्वेश्चन की कहता है एन इंटीजर इज चूजन एट रैंडम फ्रॉम द फर्स्ट 50 इंटीजर्स। कहता एक पूर्ण अंक नूं पहले 50 पूर्ण अंकों विचों बेतरतीब नाल चुनिया जाता है। मतलब आपां ने कुछ इंटीजर चुनने ने, कुछ अंक चुनने ने, किहड़े चुनने ने
प्रोबेबिलिटी दसो, संभावना दसो भी इंटीजर है जिहड़ा प्राइम नंबर आवे या 4 का मल्टीपल आवे, या तो अंक है जिहड़ा प्राइम नंबर आवे या 4 का की आवे मल्टीपल। हुण देखो प्राइम नंबर की हुंदा जिहड़ा सिर्फ खुद दे पहाड़े ते वंडिया जांदा या एक दे पहाड़े ते वंडिया जांदा। तां एक तो तां अपने कोले पहले 50 तक प्राइम नंबर देखो किहड़े किहड़े हुंदे ने। तां जा प्राइम नंबर आवे या मल्टीपल ऑफ 4। मल्टीपल ऑफ 4 तां आपां नूं सीधा ही पता है 12 नंबर हो जाणगे। ये तां आपां डायरैक्ट ही देख सकते हैं 4 का मल्टीपल 12 चौका 48, अपने कोले 4 दे मल्टीपल वाले 50 तक किन्ने नंबर होणगे 12 नंबर होणगे। ते 4 का मल्टीपल कोई भी प्राइम नंबर नहीं होऊगा तो सीधा लिख सकते अपने कोले 4 दे मल्टीपल वाले 12 नंबर तो ये आ गए। हुण प्राइम नंबर किन्ने हुंदे ने तां प्राइम नंबर लिख लैंदे आ 2 3 5 7 11 13 17 19 23 29 31 37 41 43 47 आ स्टूडेंट्स अपने कोले प्राइम नंबर हुंदे ने पहले 50 तक। तो काउंट करदे आ 1 2 3 4 5 6 7 8 9 10 11 12 13 14 15। तो 15 प्राइम नंबर हो गए, 12 4 का मल्टीपल हो गए, किन्ने नंबर हो गए 27 नंबर। तो 27 वटा 50। तो इस क्वेश्चन का आंसर कितना आ जाऊगा 27 वटा 50। अपने कोले ऑप्शन आ गई डी ऑप्शन। तो स्टूडेंट्स इस क्वेश्चन का आंसर आ गया 27 डिवाइड बाय 50। नेक्स्ट 7th क्वेश्चन कहंदा जी अ सॉलिड स्फीयर ऑफ रेडियस 8 सेंटीमीटर इज मेल्टेड एंड रीकास्ट इनटू स्मॉल स्फीयर ऑफ 1 सेंटीमीटर रेडियस ईच। कहंदा कोई सॉलिड स्फीयर है रेडियस 8 सेंटीमीटर, मेल्ट करता ते उन्होंने छोटे छोटे स्फीयर च बनाता जिहदा रेडियस है 1 सेंटीमीटर। द नंबर ऑफ स्मॉल स्फीयर्स फॉर्म्ड, तां किन्ने स्मॉल स्फीयर बनणगे। तां हुण इस नूं क्वेश्चन नूं सोल्व करन दा फॉर्मूला की हुंदा है वॉल्यूम ऑफ बिगर क्यूब इज इक्वल टू n इंटू वॉल्यूम ऑफ स्मॉलर क्यूब। तो इस क्वेश्चन नूं सोल्व करन दा फॉर्मूला हुंदा है। तो बिगर क्यूब दा वॉल्यूम दा फॉर्मूला की होगा, क्यूब दा फॉर्मूला अपने को सॉरी स्फीयर, क्यूब दी जगह स्टूडेंट स्फीयर कर लियो। स्फीयर दा फॉर्मूला की हुंदा है, स्फीयर दा वॉल्यूम दा फॉर्मूला की हुंदा है 4/3 पाई आर क्यूब। तो फॉर्मूला लगा देंगे 4/3 पाई बड़ा आर लिख लेने इसनूं बड़ा आर दा क्यूब इक्वल टू n इंटू 4/3 पाई छोटा आर दा क्यूब। 4/3 ते पाई कॉन्स्टेंट है तो कैंसल हो जाऊगा। आर बड़ा आर कितना अपने को 8, 8 का क्यूब इज इक्वल टू n इंटू छोटा आर कितना अपने को 1 का क्यूब। तो 8 का क्यूब कितना आ गया 512 इज इक्वल टू n इंटू 1 का क्यूब होंगे 1। तो n की वैल्यू कितनी आ गई 512। तो छोटिया क्यूब्स किनिया बन जाएगी स्टूडेंट्स 512 नंबर ऑफ क्यूब्स बन जाएंगे अपने को। तो 7th क्वेश्चन का आंसर कितना आ गया 7th क्वेश्चन आंसर आ गया डी ऑप्शन 512 नंबर ऑफ क्यूब्स। नेक्स्ट 8 नंबर क्वेश्चन की कहंदा इफ 2 4 2 6 and 2 plus root 3 5 are the vertices of equilateral triangle। ये vertices ने किस दे equilateral triangle दे ता area of this triangle is। ਤਾਂ स्टूडेंट्स ਜਦੋਂ भी इदां ਦਾ क्वेश्चन आ जाए देखो इक्विलेटरल ट्रायंगल की ਹੁੰਦੀ ਹੈ ਜਿਹਦੀਆਂ ਸਾਰੀਆਂ ਸਾਈਡਾਂ ਬਰਾਬਰ ਹੋਣ। ਹੁਣ ਇਸ ਦੀ ਸਾਈਡ ਪਤਾ ਕਰਨ ਦਾ ਫਾਰਮੂਲਾ ਕੀ ਹੁੰਦਾ ਹੈ ਜਿਵੇਂ 2 4 ਹੈ 1 2 6 ਹੈ ਕੋਈ ਵੀ ਵੈਲਿਊ ਚੱਕ ਲਓ ਇਹਨੂੰ ਮਾਈਨਸ ਕਰ ਦੋ। पहली वैल्यू ਨੂੰ ਪਹਿਲੇ ਚੋਂ ਮਾਈਨਸ ਕਰਨਾ ਹੈ ਦੂਜੀ ਨੂੰ ਦੂਜੇ ਚੋਂ ਮਾਈਨਸ ਕਰਨਾ ਹੈ। 2 - 2 ਕਿੰਨਾ ਆ ਗਿਆ 0 ਦਾ ਸਕੁਅਰ ਪਲੱਸ 6 - 4 ਕਿੰਨਾ ਆ ਗਿਆ 2 ਦਾ ਸਕੁਅਰ। ਇਹਦਾ ਕੀ ਕਰ ਦੋ ਅੰਡਰ ਰੂਟ ਕਰ ਦੋ ਤੁਹਾਡੇ ਕੋਲੇ ਸਾਈਡ ਪਤਾ ਚੱਲ ਜੂਗੀ ਜਿਵੇਂ AB ਹੈ ਆਪਣੇ ਕੋਲੇ ਸਾਈਡ ਆ ਜੂਗੀ। ਤਾਂ 0 ਦਾ ਸਕੁਅਰ 0 2 ਦਾ ਸਕੁਅਰ 4 ਤਾਂ 4 ਦਾ रूट स्टूडेंट्स कितना आ गया 2 मतलब साइड कितनी आ गई 2 सेंटीमीटर। तो हर एक साइड किन्ने किन्ने सेंटीमीटर या किन्ने किन्ने मीटर आ जूगी 2 सेंटीमीटर। जे कोई होर भी चकोगे मान लो C ते A चक लो 2 ते 4
2 प्लस रूट 3 ते 5। हुण जे मैं माइनस करूंगा इसनूं इस चों माइनस करूंगा 2 नाल 2 खत्म, कला रूट 3 रह गया, रूट 3 दा स्केयर प्लस 5 चों 4 माइनस करूंगा 1 दा स्केयर अंडर रूट 3 दा स्केयर 3, 1 दा स्केयर 1, तो 3 ते 1 4 दा रूट कितना आ गया 2। तो हर एक साइड किन्ने किन्ने सेंटीमीटर आ जूगी 2-2 सेंटीमीटर। हुण जे आपां नूं साइड पता लग गई इक्विलेटरल ट्रायंगल दी, तो एरिया आपां नूं पता है, एरिया का फॉर्मूला की होंगे √3/4 ए स्केयर। इक्विलेटरल ट्रायंगल के एरिया का फॉर्मूला की होंगे √3/4 ए स्केयर। तो फॉर्मूला पुट कर देंगे √3/4, साइड कितनी है 2, 2 का स्केयर 4, 4 नाल 4 खत्म हो गया, आंसर कितना आ गया √3। तो जो भी इक्विलेटरल ट्रायंगल का इदा का क्वेश्चन आ जाए तो आप आ चीज़ लगा सकते हैं, आंसर आ जाऊगा √3 सेंटीमीटर स्केयर या √3 यूनिट स्केयर, कोई भी यूनिट हो मीटर सेंटीमीटर उदा स्केयर। तो AC स्टूडेंट्स 8 नंबर क्वेश्चन। नेक्स्ट 9 नंबर, द साइड्स ऑफ ट्रायंगल आर इन द रेशो 12:17:25, इट्स पेरीमीटर इज 540, एरिया पता करना है। ईजी है क्वेश्चन, देखो साइड्स देती हैं तो इन्होंने 12x 17x 25x मान लांगे। हुण इन्हां तिन्नां दा जोड़ 540 है, तो 12 17 25 जोड़ करके 54x 540, तो x की वैल्यू आ गई 10, मतलब पहली साइड आ गई 120, 170 ते 250। इसे तरीके नाल आपां सैमी पैरामीटर भी पता कर सकते हैं, आपां उपर करके आए हैं सैमी पैरामीटर, पेरीमीटर का हाफ 540 का हाफ, 540 का हाफ कितना आ गया 270। तो बस हुण आपां नूं साइड्स पता ने, सैमी पैरामीटर पता है, एरिया का फॉर्मूला लगा देंगे हीरोस फॉर्मूला, आपां उपर पढ़ के आए हैं, तो ये क्वेश्चन अगे तुसीं खुद अटैम्प्ट करोगे। उस तो बाद आपां फॉर्मूला लगा देंगे एरिया का, आंसर आ जाऊगा 9000 सेंटीमीटर स्केयर। इसनूं खुद कंप्लीट करोगे क्वेश्चन नूं, अपने को इस क्वेश्चन का आंसर कितना आ जाऊगा स्टूडेंट्स 9000 सेंटीमीटर स्केयर। हीरोस फॉर्मूला लगाना बस, इस तो बाद सी ऑप्शन है 9000 सेंटीमीटर स्केयर। लास्ट 10 नंबर क्वेश्चन, इफ द फोर्थ टर्म ऑफ अरिथमेटिक प्रोग्रेशन इज 14, AP दी चौथी टर्म है 14 एंड 12th टर्म इज 70, देन इट्स फर्स्ट टर्म। हुण देखो AP दे विच की हुंदा स्टूडेंट्स, अरिथमेटिक प्रोग्रेशन दे विच फर्स्ट टर्म की हुंदी है A, फर्स्ट टर्म की हुंदी है A, ते nth टर्म कोई भी टर्म पता करनी होवे ओदा फॉर्मूला की हुंदा A प्लस n-1 इंटू डी हुंदा कॉमन डिफरेंस, जेड़ा अपने कोले डिफरेंस चल रहा हुंदा कॉमन डिफरेंस। n होगी नंबर ऑफ टर्म्स, जिमें अपने कोले फोर्थ टर्म पता करनी है, फोर्थ टर्म पता करनी है तो यदा फॉर्मूला की बन जाऊगा A प्लस 4-1 कितना हो गया 3D। तो इस तरीके नाल तो A प्लस 3D की वैल्यू कितनी देती, फोर्थ टर्म की वैल्यू 14। हुण इदां ही 12वीं टर्म पता करनी है तो A प्लस 12-1 कितना हो जाऊगा 11D, ਇਹਦੀ वैल्यू कितनी देती अपने को 70। तो हुण जे स्टूडेंट्स आपां इसनूं सोल्व करांगे, दो इक्वेशनस बन गई, A नाल A कैंसल, 11D चो 3D माइनस करांगे 8D, 70 चो 14 माइनस करांगे 56, तो D की वैल्यू कितनी आ गई 7, अपने कोले डिफरेंस कितना आ गया 7। हुण आपां ने A पता करना है, पहली टर्म पता करनी है तो बस पुट कर देंगे, जिमें A प्लस 3D अपने कोले 14, तो A प्लस 3 इंटू D की वैल्यू कितनी है 7 इक्वल टू 14, तो 7 या कितना हो गया 21, तो A प्लस 21 इक्वल टू 14, तो A की वैल्यू कितनी आ गई 14 चो 21 घटा देंगे, A की वैल्यू आ गई -7, A की वैल्यू स्टूडेंट्स आ गई -7, B ऑप्शन। तो ए सी अपने कोले अरिथमेटिक प्रोग्रेशन का क्वेश्चन। तो ए सी स्टूडेंट्स पहले 10 क्वेश्चन, जे थोनों वीडियो पसंद आई लाइक जरूर करियो, WhatsApp ग्रुप ते ज्वाइन कर सकते हो सानू फ्री दे विच, टैलीग्राम ग्रुप दे विच ज्वाइन कर सकते हो, ठीक है जी। या कोई भी इंक्वायरी होवे थोनों मैं कॉन्टैक्ट नंबर लिख रहा इस ते पूछ सकते हो 7009528208 एंड सेकेंड नंबर है 9646810103। तो जे कुछ भी पूछना हो इस नंबर ते कॉन्टैक्ट करके पूछ सकते हो। Hello, myself Balraj Soman. Today we start G Vigyan, that is biology.
ਅੱਜ ਆਪਾਂ ਤੁਹਾਡਾ ਜੀਵ ਵਿਗਿਆਨ ਜਾਂ ਇੰਗਲਿਸ਼ ਵਿੱਚ ਕਹਿ ਲਿਓ ਤਾਂ ਬਾਇਓਲੋਜੀ ਨੂੰ ਸਟਾਰਟ ਕਰਨ ਲੱਗੇ। ਦੇਖੋ, ਜਿਸ ਪ੍ਰਕਾਰ ਤੁਹਾਡਾ ਸਿਲੇਬਸ ਹੈ, ਜਿਸ ਪ੍ਰਕਾਰ ਤੁਹਾਡਾ ਬੇਸ ਹੈ, ਜਿੰਨੇ ਕੁ ਲੈਵਲ ਦੇ ਤੁਹਾਨੂੰ ਕੁਐਸਚਨ ਆਉਣੇ ਨੇ, ਉਸ ਆਧਾਰ ਤੇ ਇਹ ਲੈਕਚਰ ਤਿਆਰ ਕੀਤਾ ਗਿਆ ਤੇ ਇਹ ਫਸਟ ਲੈਕਚਰ ਹੈ। ਇਸ ਦੇ ਰਿਲੇਟਡ ਹੋਰ ਵੀ ਲੈਕਚਰ ਟਾਈਮ ਬਾਏ ਟਾਈਮ ਆਉਂਦੇ ਹੀ ਰਹਿਣਗੇ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਕੁਝ ਜਾਣਕਾਰੀ, ਕੁਝ ਇਨਫੋਰਮੇਸ਼ਨ ਜੋ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇ। ਅਗਰ ਤੁਸੀਂ ਸਾਡੇ ਕਿਸੇ ਵੀ ਲੈਕਚਰ ਬਾਰੇ, ਸਾਡੇ ਇੰਸਟੀਚਿਊਟ ਜਾਂ ਸਾਡੇ ਚੈਨਲ ਬਾਰੇ ਪਤਾ ਲਗਾਉਣਾ ਚਾਹੁੰਦੇ ਹੋ, ਕੁਝ ਵੀ ਇਨਫੋਰਮੇਸ਼ਨ ਜਾਣਕਾਰੀ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਦੇਖੋ, ਸਾਡਾ ਟੈਲੀਗ੍ਰਾਮ ਗਰੁੱਪ ਹੈ, ਉਸ ਦੇ ਵਿੱਚ ਸਪੈਸ਼ਲ ਟੈਲੀਗ੍ਰਾਮ ਇੱਕ ਚੈਨਲ ਬਣਾਇਆ ਗਿਆ ਹੈ, ਗਰੁੱਪ ਬਣਾਇਆ ਗਿਆ ਹੈ, ਜਿਹੜਾ ਕਿ ਓਨਲੀ ਫॉर ਹੈ ETT। ਤੁਸੀਂ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਇਸ ਲਿੰਕ ਨੂੰ ਆਪਣੀ ਟੈਲੀਗ੍ਰਾਮ ਐਪ ਦੇ ਵਿੱਚ ਭਰ ਕੇ ਸਾਡੇ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਜੋ ETT ਦੇ ਜੋ ਸਪੈਸ਼ਲ ਗਰੁੱਪ ਹੈ ਉਸ ਨੂੰ ਜੁਆਇਨ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਠੀਕ ਹੈ ਜੀ, ਅੱਜ ਦੇ ਲੈਕਚਰ ਵਿੱਚ ਅਸੀਂ ਮੈਂ ਕਵਰ ਕੀਤਾ ਹੈ ਇਨਸਾਨੀ ਸਰੀਰ ਤੇ ਹਿਊਮਨ ਬੋਡੀ ਦੇ ਬਾਰੇ ਕੁਝ ਇੰਪੋਰਟੈਂਟ ਫੈਕਟ ਨੇ, ਜੋ ਕੁਝ ਰੋਚਕ ਤੱਤ ਨੇ, ਉਹਨਾਂ ਨੂੰ ਆਪਾਂ ਕਵਰ ਕਰਾਂਗੇ, ਜੋ ਕਿ ਪੇਪਰ ਦੇ ਵਿੱਚ ਬਹੁਤ ਹੀ ਪੈਕਟ ਕੁਐਸਚਨ ਦੇ ਵਜੋਂ ਆਉਂਦੇ ਨੇ। ਤਾਂ ਪਹਿਲਾ ਜੋ ਕੁਐਸਚਨ ਹੈ ਉਹ ਹੈ ਕਿ ਵਾਟ ਇਜ਼ ਦਾ ਲੈਂਥ ਆਫ ਐਲੀਮੈਂਟਰੀ ਕਨਾਲ। ਦੇਖੋ, ਕਈ ਬੱਚਿਆਂ ਨੇ ਇੰਗਲਿਸ਼ ਮੀਡੀਅਮ ਵਿੱਚ ਪੜ੍ਹਨਾ ਹੈ ਤੇ ਕਈਆਂ ਨੇ ਪੰਜਾਬੀ ਦੇ ਵਿੱਚ। ਇਹ ਸਾਨੂੰ ਦੋਨਾਂ ਦੀ ਡਿਮਾਂਡ ਹੋ ਰਹੀ ਹੈ, ਤੁਹਾਡੇ ਦੋਨਾਂ ਦੇ ਲਈ ਇੰਗਲਿਸ਼ ਤੇ ਪੰਜਾਬੀ ਦੋਨਾਂ ਨੂੰ ਸੇਮ ਇੱਕ ਸਲਾਈਡ ਦੇ ਉੱਤੇ ਹੀ ਲੈ ਕੇ ਆਏ ਹਾਂ। ਤੇ ਸਾਡੀ ਇਸ ਮਿਹਨਤ ਨੂੰ, ਠੀਕ ਹੈ, ਅਗਰ ਤੁਹਾਨੂੰ ਪਸੰਦ ਆਈ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤਾਂ ਲੈਕਚਰ ਸਟਾਰਟ ਕਰਦੇ ਹਾਂ। ਤਾਂ ਪਹਿਲਾ ਕੁਐਸਚਨ ਕੀ ਹੈ ਕਿ ਵਾਟ ਇਜ਼ ਦਾ ਲੈਂਥ ਆਫ ਐਲੀਮੈਂਟਰੀ ਕਨਾਲ। ਪੰਜਾਬੀ ਵਿੱਚ ਕੀ, ਐਲੀਮੈਂਟਰੀ ਕਨਾਲ ਦਾ ਮਤਲਬ ਹੁੰਦਾ ਹੈ ਆਹਾਰ ਨਲੀ। ਸਾਡੀ ਭੋਜਨ ਨਲੀ, ਸਾਡੀ ਆਹਾਰ ਨਲੀ ਦੀ ਕੁੱਲ ਲੰਬਾਈ ਕਿੰਨੀ ਹੁੰਦੀ ਹੈ, ਲੈਂਥ ਕਿੰਨੀ ਹੁੰਦੀ ਹੈ, ਤਾਂ ਇਹ ਅਪਰੋਕਸੀਮੇਟਲੀ 8 ਮੀਟਰ ਹੁੰਦੀ ਹੈ। ਮਤਲਬ ਲਗਭਗ 8 ਮੀਟਰ ਲੰਬੀ ਹੁੰਦੀ ਹੈ ਸਾਡੀ ਐਲੀਮੈਂਟਰੀ ਕਨਾਲ, ਆਹਾਰ ਨਲੀ। ਤੇ ਆਹਾਰ ਨਲੀ ਦੀ ਜੋ ਸਭ ਤੋਂ ਲੰਬਾ ਪਾਰਟ ਹੈ ਉਹ ਕੀ ਹੈ, ਉਹ ਹੈ ਛੋਟੀ ਅੰਤੜੀ। ਠੀਕ ਹੈ, ਛੋਟੀ ਅੰਤੜੀ ਹੈ ਜੋ ਉਹ ਆਹਾਰ ਨਲੀ ਦੇ ਸਭ ਤੋਂ ਲੰਬਾ ਪਾਰਟ ਹੈ। ਇੰਗਲਿਸ਼ ਵਿੱਚ ਸਮਾਲ ਇੰਟੈਸਟਾਈਨ ਹੈ ਜੋ ਉਹ ਸਭ ਤੋਂ ਲਾਰਜੈਸਟ ਪਾਰਟ ਹੈ ਐਲੀਮੈਂਟਰੀ ਕਨਾਲ ਦਾ। ਤੇ ਐਲੀਮੈਂਟਰੀ ਕਨਾਲ ਸਟਾਰਟ ਹੁੰਦੀ ਹੈ ਮਾਊਥ ਤੋਂ, ਮਤਲਬ ਮੂੰਹ ਤੋਂ, ਤੇ ਇਹ ਖਤਮ ਹੁੰਦੀ ਹੈ ਐਨਸ ਤੇ ਜਾ ਕੇ। ਪੰਜਾਬੀ ਵਿੱਚ ਕਹਿ ਦਿੰਦੇ ਨੇ ਗੁੱਦਾ। ਉੱਥੇ ਤੱਕ ਇਹ ਇਸ ਦੀ ਲੈਂਥ ਹੈ, ਮਾਊਥ ਤੋਂ ਸਟਾਰਟ ਹੋ ਕੇ ਐਨਸ ਤੱਕ। ਠੀਕ ਹੈ, ਤੇ ਤੁਸੀਂ ਕੁਐਸਚਨ ਯਾਦ ਰੱਖਣਾ ਹੈ ਕਿ ਐਲੀਮੈਂਟਰੀ ਕਨਾਲ ਦੀ ਲੰਬਾਈ ਕਿੰਨੀ ਹੁੰਦੀ ਹੈ, ਤਾਂ ਲਗਭਗ 8 ਮੀਟਰ, ਅਪਰੋਕਸੀਮੇਟਲੀ 8 ਮੀਟਰ। ਤੇ ਇਸ ਦਾ ਵੀ ਸਭ ਤੋਂ ਲੰਬਾ ਪਾਰਟ ਕੌਣ ਹੈ, ਉਹ ਹੈ ਸਮਾਲ ਇੰਟੈਸਟਾਈਨ, ਛੋਟੀ ਅੰਤੜੀ। ਤੇ ਇਹ ਸਟਾਰਟ ਹੁੰਦੀ ਹੈ ਮਾਊਥ ਤੋਂ, ਮੂੰਹ ਤੋਂ, ਤੇ ਇਹ ਐਨਸ ਤੱਕ ਜਾ ਕੇ ਖਤਮ ਹੋ ਜਾਂਦੀ ਹੈ। ਇਹ ਸੀ ਤੁਹਾਡਾ ਪਹਿਲਾ ਪ੍ਰਸ਼ਨ। ਠੀਕ ਹੈ, ਨੈਕਸਟ ਹੁੰਦਾ ਕਿ ਵਾਟ ਇਜ਼ ਦਾ ਬੇਸਲ ਮੈਟਾਬੋਲਿਕ ਰੇਟ ਆਫ ਹਿਊਮਨ ਬੋਡੀ। ਠੀਕ ਹੈ, ਮਨੁੱਖੀ ਸਰੀਰ ਦਾ ਬੇਸਲ ਪਾਚਕ ਦਰ ਕੀ ਹੈ। ਠੀਕ ਹੈ, ਮਨੁੱਖੀ ਸਰੀਰ ਦੀ ਬੇਸਲ ਪਾਚਕ ਦਰ ਕੀ ਹੈ, ਤਾਂ ਇਹ ਹੈ 1600 ਕਿਲੋ ਕੈਲਰੀ ਪਰ ਡੇ। ਦੇਖੋ, ਬੇਸਲ ਮੈਟਾਬੋਲਿਕ ਰੇਟ ਕੀ ਹੁੰਦਾ ਹੈ ਕਿ ਇੱਕ ਇਨਸਾਨ ਦੀ ਪਾਚਨ ਸ਼ਕਤੀ ਕਿੰਨੀ ਹੈ। ਠੀਕ ਹੈ, ਇੱਕ ਇਨਸਾਨ ਦੀ ਪਾਚਨ ਸ਼ਕਤੀ ਕਿੰਨੀ ਹੈ, ਉਸ ਨੂੰ ਕਿਹਾ ਜਾਂਦਾ ਹੈ ਬੇਸਲ ਮੈਟਾਬੋਲਿਕ ਰੇਟ। ਤੇ ਇਹ ਲਗਭਗ 1600 ਕਿਲੋ ਕੈਲਰੀ ਪਰ ਡੇ ਹੁੰਦੀ ਹੈ। ਇੱਕ ਦਿਨ ਦੇ ਵਿੱਚ 1600 ਕਿਲੋ ਕੈਲਰੀ ਤੱਕ ਇਨਸਾਨ ਆਸਾਨੀ ਨਾਲ ਪਚਾ ਸਕਦਾ ਹੈ ਕਿਸੇ ਵੀ ਭੋਜਨ ਨੂੰ। ਠੀਕ ਹੈ, ਦੇਖੋ, ਇਨਸਾਨ ਦੇ ਲੰਬਾ ਹੋਣ ਤੇ ਉਸਦੇ ਪਤਲਾ ਹੋਣ ਤੇ ਇਹ ਸਭ ਕੁਝ ਕਿਤੇ ਡਿਪੈਂਡ ਕਰਦਾ ਹੈ ਬੇਸਲ ਮੈਟਾਬੋਲਿਕ ਰੇਟ ਤੇ, ਠੀਕ ਹੈ, ਜੋ ਪਾਚਕ ਦਰ ਹੈ ਉਸ ਤੇ। ਫੋਰ ਐਗਜ਼ਾਮਪਲ, ਜਿਹੜੇ ਲੰਬੇ ਤੇ ਪਤਲੇ ਵਿਅਕਤੀ ਹੁੰਦੇ ਨੇ, ਟੌਲ ਤੇ ਥਿਨ ਹੁੰਦੇ ਨੇ, ਉਹਨਾਂ ਦਾ ਬੇਸਲ ਮੈਟਾਬੋਲਿਕ ਰੇਟ ਜ਼ਿਆਦਾ ਹੁੰਦਾ ਹੈ। ਠੀਕ ਹੈ, ਜ਼ਿਆਦਾ ਹੁੰਦਾ ਹੈ ਐਜ਼ ਕੰਪੇਅਰ ਟੂ ਜਿਹੜੇ ਫੈਟੀ ਹੁੰਦੇ ਨੇ ਤੇ ਸ਼ਾਰਟ ਹੁੰਦੇ ਨੇ। ਮਤਲਬ ਜਿਨ੍ਹਾਂ ਦੇ ਉੱਤੇ ਫੈਟ ਚੜੀ ਹੁੰਦੀ ਹੈ ਤੇ ਜਿਨ੍ਹਾਂ ਦਾ ਕੱਦ ਥੋੜਾ ਜਿਹਾ ਛੋਟਾ ਹੁੰਦਾ ਹੈ, ਉਹਨਾਂ ਦੀ ਬੇਸਲ ਮੈਟਾਬੋਲਿਕ ਰੇਟ ਉਹ ਘੱਟ ਹੁੰਦਾ ਹੈ, ਡਿਕਰੀਜ਼ ਹੁੰਦਾ ਹੈ, ਘੱਟ ਹੁੰਦਾ ਹੈ ਐਜ਼ ਕੰਪੇਅਰ ਟੂ ਪਤਲੇ ਤੇ ਲੰਬੇ ਵਿਅਕਤੀ ਦੇ। ਠੀਕ ਹੈ, ਤਾਂ ਇਹ ਤੁਹਾਨੂੰ ਯਾਦ ਰੱਖਣਾ ਹੈ ਕਿ ਬੇਸਲ ਮੈਟਾਬੋਲਿਕ ਰੇਟ ਕਿੰਨਾ ਹੁੰਦਾ ਹੈ ਇੱਕ ਇਨਸਾਨ ਦਾ, ਇਹ 1600 ਕਿਲੋ ਕੈਲਰੀ ਇੱਕ ਦਿਨ ਦਾ ਹੁੰਦਾ ਹੈ ਬੇਸਲ ਮੈਟਾਬੋਲਿਕ ਰੇਟ। ਨੈਕਸਟ, ਇਨਸਾਨੀ ਸਰੀਰ, ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬੀ ਹੱਡੀ ਕਿਹੜੀ ਹੁੰਦੀ ਹੈ। ਵਿਚ ਇਜ਼ ਦਾ ਲੌਂਗੈਸਟ ਬੋਨ ਇਨ ਹਿਊਮਨ ਬੋਡੀ। ਹਿਊਮਨ ਬੋਡੀ ਵਿੱਚ ਸਭ ਤੋਂ ਲੰਬੀ ਬੋਨ ਕਿਹੜੀ ਹੁੰਦੀ ਹੈ, ਡੈਟ ਇਜ਼ ਫੀਮਰ ਬੋਨ। ਠੀਕ ਹੈ, ਪੰਜਾਬੀ ਵਿੱਚ ਕਹਿ ਸਕਦੇ ਹੋ ਤੁਸੀਂ ਪੱਟ ਦੀ ਹੱਡੀ, ਮਤਲਬ ਥਾਈ ਬੋਨ। ਥਾਈ ਬੋਨ ਹੁੰਦੀ ਹੈ ਜੋ ਸਭ ਤੋਂ ਲੰਬੀ ਬੋਨ ਹੁੰਦੀ ਹੈ ਇਨਸਾਨੀ ਸਰੀਰ ਦੀ, ਹਿਊਮਨ ਬੋਡੀ ਦੀ। ਤੇ ਇਸ ਨੂੰ ਸਾਇੰਟੀਫਿਕ ਲੈਂਗੁਏਜ ਵਿੱਚ ਕਿਹਾ ਜਾਂਦਾ ਹੈ ਫੀਮਰ ਬੋਨ। ਠੀਕ ਹੈ ਜੀ, ਇਹ ਹੁੰਦੀ ਹੈ ਇਨਸਾਨ ਦੀ ਸਭ ਤੋਂ ਲੰਬੀ ਹੱਡੀ। ਤੇ ਇਹ ਹਿੱਪ ਤੋਂ ਸਟਾਰਟ ਹੁੰਦੀ ਹੈ, ਇਹ ਸਟਾਰਟ ਹੁੰਦੀ ਹੈ ਹਿੱਪ ਤੋਂ ਤੇ ਨੀ ਤੱਕ, ਮਤਲਬ ਗੋਡੇ ਤੱਕ ਜਾਂਦੀ ਹੈ। ਠੀਕ ਹੈ, ਹਿੱਪ ਤੋਂ ਸਟਾਰਟ ਹੋ ਕੇ ਗੋਡੇ ਤੱਕ ਜਾਂਦੀ ਹੈ ਇਹ ਹੱਡੀ, ਜਿਸ ਦਾ ਨਾਮ ਕੀ ਹੈ, ਫੀਮਰ ਬੋਨ। ਇਹ ਤੁਸੀਂ ਯਾਦ ਰੱਖਣੀ ਹੈ ਗੱਲ। ਨੈਕਸਟ, ਵਾਟ ਇਜ਼ ਦੀ ਸਮਾਲੈਸਟ ਬੋਨ ਆਫ ਹਿਊਮਨ ਬੋਡੀ। ਮਨੁੱਖੀ ਸਰੀਰ ਦੀ ਸਭ ਤੋਂ ਛੋਟੀ ਹੱਡੀ ਕਿਹੜੀ ਹੈ, ਇਹ ਹੈ ਸਟੈਪਸ। ਤੇ ਇਹ ਕੰਨ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਠੀਕ ਹੈ, ਇਟ ਇਜ਼ ਪ੍ਰੈਜ਼ੈਂਟ ਇਨ ਈਅਰ ਓਸੀਕਲ।
यानी कि ਕੰਨ ਦੇ ਵਿੱਚ ਇਹ ਪ੍ਰੈਜ਼ੈਂਟ ਹੁੰਦੀ ਹੈ। ਠੀਕ ਹੈ ਜੀ। ਸਟੈਪਸ ਕੰਨ ਦੇ ਵਿੱਚ, ਇੱਕ ਕੰਨ ਦੇ ਵਿੱਚ ਲਗਭਗ 3 ਹੱਡੀਆਂ ਪ੍ਰੈਜ਼ੈਂਟ ਹੁੰਦੀਆਂ ਨੇ ਇੱਕ ਕੰਨ ਦੇ ਵਿੱਚ। ਠੀਕ ਹੈ ਜੀ। ਉਹਨਾਂ ਦਾ ਨਾਮ ਕੀ ਹੈ? ਉਹਨਾਂ ਦਾ ਨਾਮ ਹੈ ਮੈਲਿਅਸ, ਇੰਸਸ ਐਂਡ ਸਟੇਪਸ। ਇਹ 3 ਬੋਨਸ ਪ੍ਰੈਜ਼ੈਂਟ ਹੁੰਦੀਆਂ ਨੇ ਇੱਕ ਈਅਰ ਓਸੀਕਲ ਦੇ ਵਿੱਚ। ਤਾਂ ਤੁਹਾਨੂੰ ਕਈ ਵਾਰ ਜੋ ਕੁਐਸਚਨ ਹੁੰਦਾ ਹੈ, ਐਗਜ਼ਾਮੀਨਰ ਜੋ ਪ੍ਰਸ਼ਨ ਪੁੱਛਦਾ ਹੈ ਉਹ ਥੋੜਾ ਜਿਹਾ ਉਲਝਾ ਕੇ ਪੁੱਛਦਾ ਹੈ। ਉਹ ਕਹਿ ਦਿੰਦਾ ਹੈ ਕਿ ਇਨਸਾਨ ਦੇ 2 ਕੰਨਾਂ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ? ਤਾਂ 2 ਦੇ ਵਿੱਚ ਆਉਣਗੀਆਂ 6 ਤੇ ਕਿੰਨੇ ਜੋੜੇ ਨੇ ਇਨਸਾਨ ਦੇ ਕੰਨਾਂ ਦੇ ਵਿੱਚ ਹੱਡੀਆਂ ਦੇ ਕਿੰਨੇ ਜੋੜੇ ਨੇ? ਤਾਂ 3 ਜੋੜੇ ਨੇ। ਠੀਕ ਹੈ ਜੀ। 2 ਮੈਲੀਅਸ ਦੋਨੇ ਕੰਨਾਂ ਵਿੱਚ ਇੱਕ, 2 ਇੰਸਸ ਦੋਨੇ ਕੰਨਾਂ ਵਿੱਚ ਇੱਕ ਤੇ 2 ਸਟੈਪਸ। ਇਹ ਤੁਸੀਂ ਗੱਲ ਯਾਦ ਰੱਖਣੀ ਹੈ ਕਿ ਇੱਕ ਕੰਨ ਦੇ ਵਿੱਚ 3 ਹੱਡੀਆਂ ਹੁੰਦੀਆਂ ਨੇ ਤੇ ਸਭ ਤੋਂ ਛੋਟੀ ਕਿਹੜੀ ਹੈ? ਸਟੈਪਸ ਹੈ। ਤੇ ਦੋਨੇ ਕੰਨਾਂ ਦੇ ਵਿੱਚ 6 ਤੇ ਅਗਰ ਜੋੜੇ ਪੁੱਛੇ ਜਾਣ ਤਾਂ 3 ਪੇਅਰ ਹੁੰਦੇ ਨੇ ਈਅਰ ਬੋਨਸ ਦੇ। ਠੀਕ ਹੈ ਜੀ। ਇਹ ਸੀਗਾ ਕੁਐਸਚਨ। ਨੈਕਸਟ, ਵਾਟ ਇਜ਼ ਦਾ weight ਆਫ ਹਿਊਮਨ ਬ੍ਰੇਨ? ਮਨੁੱਖੀ ਦਿਮਾਗ ਦਾ ਭਾਰ ਕਿੰਨਾ ਹੁੰਦਾ ਹੈ? ਤਾਂ ਮਨੁੱਖੀ ਦਿਮਾਗ ਦਾ ਭਾਰ 1400 ਗ੍ਰਾਮ ਹੁੰਦਾ ਹੈ। ਠੀਕ ਹੈ। ਮਨੁੱਖੀ ਭਾਰ ਦਾ ਜੋ ਦਿਮਾਗ ਦਾ ਭਾਰ ਹੈ ਉਹ ਲਗਭਗ 1400 ਗ੍ਰਾਮ ਹੁੰਦਾ ਹੈ। ਦੇਖੋ ਹਰ ਇੱਕ ਬੁੱਕ ਦੇ ਵਿੱਚ ਇਹਦੀ ਕੁਛ ਵੇਰੀਏਸ਼ਨ ਮਿਲਦੀ ਹੈ। ਕਿਤੇ ਇਸ ਨੂੰ 1300 ਗ੍ਰਾਮ ਵੀ ਲਿਖਿਆ ਹੋਏਗਾ, ਕਿਤੇ 1350 ਗ੍ਰਾਮ ਵੀ। ਇਟਸ ਨਾਟ ਏ ਬਿਗ ਡੀਲ। ਤਾਂ ਜੋ ਆਮ ਕੁਐਸਚਨ ਆਉਂਦਾ ਹੈ ਉਹ ਹੁੰਦਾ ਹੈ 1400 ਗ੍ਰਾਮ ਦੇ ਲਗਭਗ ਹਿਊਮਨ ਬ੍ਰੇਨ ਦਾ ਜੋ ਦਿਮਾਗ ਦਾ ਭਾਰ ਹੈ। ਠੀਕ ਹੈ ਜੀ। ਤੇ ਹਿਊਮਨ ਬ੍ਰੇਨ ਦੇ ਮੇਨਲੀ 3 ਪਾਰਟ ਹੁੰਦੇ ਨੇ, ਸੈਰੇਬੈਲਮ ਐਂਡ ਬ੍ਰੇਨ ਸਟੈਮ। ਠੀਕ ਹੈ ਜੀ। ਬ੍ਰੇਨ ਸਟੈਮ, ਇਹ 3 ਪਾਰਟ ਹੁੰਦੇ ਨੇ ਹਿਊਮਨ ਬ੍ਰੇਨ ਦੇ। ਜੋ ਸੈਰੇਬਰਮ ਦਾ ਕੰਮ ਕੀ ਹੁੰਦਾ ਹੈ? ਦੇਖੋ ਸੈਰੇਬਰਮ ਦਾ ਮੇਨ ਕੰਮ ਹੁੰਦਾ ਹੈ ਜੋ ਆਪਾਂ ਦੇਖਦੇ ਹਾਂ ਵਿਜ਼ਨ। ਠੀਕ ਹੈ ਜੀ। ਵਿਜ਼ਨ, ਹੀਅਰਿੰਗ ਜੋ ਆਪਾਂ ਸੁਣਦੇ ਹਾਂ, ਜੋ ਆਪਾਂ ਬੋਲਦੇ ਹਾਂ, ਸਪੀਕਿੰਗ ਦੇ ਜੋ ਵੀ ਆਪਾਂ ਕੁਛ ਚੀਜ਼ਾਂ ਲਰਨ ਕਰਦੇ ਹਾਂ। ਠੀਕ ਹੈ। ਲਰਨਿੰਗ ਪਾਵਰ, ਉਹ ਸਭ ਕੁਝ ਕੌਣ ਪ੍ਰੋਵਾਈਡ ਕਰਵਾਉਂਦਾ ਹੈ? ਉਹ ਪ੍ਰੋਵਾਈਡ ਕਰਵਾਉਂਦਾ ਹੈ ਸੈਰੇਬਰਮ। ਤੇ ਇਨਸਾਨੀ ਦਿਮਾਗ ਦਾ ਸਭ ਤੋਂ ਵੱਡਾ ਪਾਰਟ ਵੀ ਕਿਹੜਾ ਹੈ? ਉਹ ਵੀ ਹੈ ਸੈਰੇਬਰਮ। ਠੀਕ ਹੈ। ਲਾਰਜੈਸਟ ਪਾਰਟ ਹੈ ਇਹ ਇਨਸਾਨੀ ਦਿਮਾਗ ਦਾ। ਠੀਕ ਹੈ। ਲਾਰਜੈਸਟ ਪਾਰਟ ਹੈ ਸੈਰੇਬਰਮ। ਉਸ ਤੋਂ ਅੱਗੇ ਆਉਂਦਾ ਹੈ ਸੈਰੇਬਲਮ ਦਾ ਮੇਨ ਕੰਮ ਕੀ ਹੁੰਦਾ ਹੈ? ਇਹ ਆਪਣੀ ਬੋਡੀ ਨੂੰ ਬੈਲੈਂਸ ਪ੍ਰੋਵਾਈਡ ਕਰਵਾਉਂਦਾ ਹੈ। ਠੀਕ ਹੈ ਜੀ। ਆਪਣਾ ਪੋਸਚਰ ਠੀਕ ਰਹੇ, ਆਪਣੀ ਬੋਡੀ ਦੇ ਵਿੱਚ ਬੈਲੈਂਸ ਪ੍ਰੋਵਾਈਡ ਕਰਵਾਉਣ ਦਾ ਕੰਮ ਕਿਸ ਦਾ ਹੈ? ਸੈਰੇਬੈਲਮ ਦਾ। ਉਸ ਤੋਂ ਇਲਾਵਾ ਬ੍ਰੇਨ ਸਟੈਮ ਦਾ ਕੰਮ ਆ ਜਾਂਦਾ ਹੈ ਬਰੀਥਿੰਗ ਲੈਣਾ, ਸਾਹ ਲੈਣਾ। ਠੀਕ ਹੈ ਜੀ। ਬਰੀਥਿੰਗ ਦਾ ਕੰਮ ਇਸ ਦਾ ਆ ਜਾਂਦਾ ਹੈ। ਹਾਰਟ ਰੇਟ ਨੂੰ ਕੰਟਰੋਲ ਕਰਨਾ। ਇਹ ਸਾਰੇ ਕੰਮ ਕਿਸ ਦੇ ਨੇ? ਬ੍ਰੇਨ ਸਟੈਮ ਦੇ। ਦੇਖੋ ਬ੍ਰੇਨ ਸਟੈਮ ਦਾ ਇਸ ਤੋਂ ਇਲਾਵਾ ਇੱਕ ਹੋਰ ਕੰਮ ਹੈ ਜਿਸ ਨੂੰ ਕਹਿੰਦੇ ਨੇ ਵੇਕ ਸਾਈਕਲ। ਠੀਕ ਹੈ ਜੀ। ਵੇਕ ਸਾਈਕਲ, ਇਸ ਦਾ ਮਤਲਬ ਕੀ ਹੈ ਕਿ ਆਪਣੇ ਜਾਗਣ ਤੇ ਆਪਣੇ ਸੌਣ ਦਾ ਜੋ ਇੱਕ ਚੱਕਰ ਹੈ, ਜਾਗਣ ਅਤੇ ਸੌਣ ਦਾ ਜੋ ਇੱਕ ਚੱਕਰ ਹੈ, ਉਸ ਨੂੰ ਕੌਣ ਕੰਟਰੋਲ ਕਰਦਾ ਹੈ? ਉਸ ਨੂੰ ਵੀ ਕੰਟਰੋਲ ਕਰਦਾ ਹੈ ਬ੍ਰੇਨ ਸਟੈਮ। ਠੀਕ ਹੈ ਜੀ। ਅਗਰ ਆਪਾਂ ਲਗਾਤਾਰ 7 ਦਿਨ ਕੰਮ ਕਰਦੇ ਰਹੀਏ, 1 ਹਫ਼ਤਾ ਕੰਮ ਕਰਦੀ ਰਹੇ ਬਿਨਾਂ ਸੋਏ, ਤਾਂ ਆਪਣੇ ਮੈਂਟਲੀ ਜੋ ਡਿਸਟਰਬੈਂਸ ਹੋ ਜਾਊਗਾ, ਆਪਣੇ ਮਾਈਂਡ ਡਿਸਟਰਬ ਹੋ ਜੂ। ਠੀਕ ਹੈ ਜੀ। ਆਪਾਂ ਨੂੰ ਮੈਂਟਲੀ ਪ੍ਰੋਬਲਮਸ ਆਉਣ ਲੱਗ ਜਾਣਗੀਆਂ। ਤਾਂ ਸੌਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਆਪਾਂ ਨੇ ਕੰਮ ਕਰਨਾ ਹੈ। ਤਾਂ ਉਹ ਇੱਕ ਆਪਣਾ ਸਰੀਰ ਇੱਕ ਸਾਈਕਲ ਦੇ ਵਿੱਚ ਕੰਮ ਕਰਦਾ ਰਹੇ ਕਿ ਉਹ ਟਾਈਮ ਸਿਰ ਸੋਵੇ, ਟਾਈਮ ਸਿਰ ਜਾਗੇ। ਉਸ ਸਭ ਦਾ ਕੰਮ ਕੀ ਹੈ? ਬ੍ਰੇਨ ਸਟੈਮ। ਤੁਸੀਂ ਦੇਖਿਆ ਹੋਵੇਗਾ, ਤੁਸੀਂ ਐਵੇਂ ਨਹੀਂ ਕਿ 24 ਦੇ ਵਿੱਚੋਂ ਇੱਕ ਦਿਨ ਦੇ ਵਿੱਚ 24 ਘੰਟੇ ਨਹੀਂ ਤਾਂ ਤੁਸੀਂ 24 ਦੇ 24 ਘੰਟੇ ਹੀ ਸੁੱਤੇ ਰਹੋਗੇ। ਨਹੀਂ, ਤੁਸੀਂ 24 ਦੇ ਘੰਟੇ ਵਿੱਚੋਂ ਹੱਦ ਤੋਂ ਵੱਧ ਵੀ 9 ਤੋਂ 10 ਘੰਟੇ ਸੋ ਸਕਦੇ ਹੋ ਅਗਰ ਤੁਸੀਂ ਜ਼ੋਰ ਮਾਰ ਕੇ ਵੀ ਬਹੁਤ ਜ਼ਿਆਦਾ ਥੱਕੇ ਹੋ। ਉਸ ਤੋਂ ਬਾਅਦ ਤੁਹਾਡਾ ਆਪਣੇ ਆਪ ਹੀ ਨੀਂਦ ਖੁੱਲ੍ਹ ਜਾਏਗੀ, ਜਾਗ ਖੁੱਲ੍ਹ ਜਾਏਗੀ। ਉਹ ਸਭ ਕੁਝ ਕਿਸ ਦੇ ਹੱਥ ਵਿੱਚ ਹੈ? ਕੌਣ ਕੰਟਰੋਲ ਕਰਦਾ ਹੈ? ਇਟ ਇਜ਼ ਕੰਟਰੋਲਡ ਬਾਏ ਬ੍ਰੇਨ ਸਟੈਮ। ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ, ਵਾਟ ਇਜ਼ ਦਾ ਬਲੱਡ ਵੋਲੀਅਮ ਇਨ ਹਿਊਮਨ ਬੋਡੀ? ਮਨੁੱਖੀ ਸਰੀਰ ਵਿੱਚ ਖੂਨ ਦੀ ਮਾਤਰਾ ਕਿੰਨੀ ਹੁੰਦੀ ਹੈ? ਤਾਂ ਮਨੁੱਖੀ ਸਰੀਰ ਵਿੱਚ ਲਗਭਗ 6 ਤੋਂ 8 ਲੀਟਰ ਖੂਨ ਹੁੰਦਾ ਹੈ। ਠੀਕ ਹੈ ਜੀ। ਮਨੁੱਖੀ ਸਰੀਰ ਵਿੱਚ 6 ਤੋਂ 8 ਲੀਟਰ ਖੂਨ ਹੁੰਦਾ ਹੈ। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਤੇ ਇਹ 6 ਤੋਂ 8 ਲੀਟਰ ਖੂਨ ਹੁੰਦਾ ਹੈ ਪੁਰਸ਼ਾਂ ਵਿੱਚ, ਮੇਲਸ ਦੇ ਵਿੱਚ। ਠੀਕ ਹੈ ਜੀ। ਮੇਲਸ ਦੇ ਵਿੱਚ। ਤੇ ਫੀਮੇਲ ਦੇ ਵਿੱਚ 6 ਤੋਂ ਲੈ ਕੇ, ਠੀਕ ਹੈ ਜੀ, 6 ਤੋਂ ਲੈ ਕੇ 7.5 ਲੀਟਰ ਇੰਨਾ ਕੁ ਖੂਨ ਹੁੰਦਾ ਹੈ ਫੀਮੇਲ ਦੇ ਵਿੱਚ, ਔਰਤਾਂ ਦੇ ਵਿੱਚ। ਜਾਣੀ ਕਿ ਮੇਲ ਤੋਂ 500 ਗ੍ਰਾਮ ਘੱਟ ਹੀ ਹੋਏਗਾ। ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਵੈਸੇ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਮੇਲ ਦੇ ਵਿੱਚ 6 ਤੋਂ ਲੈ ਕੇ 6.8 ਤੱਕ ਤੇ ਫੀਮੇਲ ਦੇ ਵਿੱਚ 6 ਤੋਂ ਲੈ ਕੇ 6.3 ਲੀਟਰ ਇੰਨਾ ਕੁ ਖੂਨ ਹੀ ਪੁੱਛਿਆ ਜਾਵੇਗਾ। ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ ਕਿ 500 ਜੋ ਮਿਲੀਮੀਟਰ ਕੁਛ ਕਹਿ ਸਕਦੇ ਹੋ ਤੁਸੀਂ, ਉਹ ਘੱਟ ਹੁੰਦਾ ਹੈ ਕਿਸ ਤੋਂ? ਪੁਰਸ਼ਾਂ ਤੋਂ ਘੱਟ ਹੁੰਦਾ ਹੈ ਫੀਮੇਲ ਦੇ ਵਿੱਚ। ਤਾਂ ਤੁਸੀਂ ਯਾਦ ਰੱਖਣਾ ਕਿ ਹਿਊਮਨ ਬੋਡੀ ਦੇ ਵਿੱਚ ਐਵਰੇਜ ਹਿਊਮਨ ਬੋਡੀ ਦੇ ਵਿੱਚ ਕਿੰਨਾ ਖੂਨ ਹੁੰਦਾ ਹੈ? 6 ਤੋਂ ਲੈ ਕੇ 8 ਲੀਟਰ ਤੱਕ ਖੂਨ ਹੁੰਦਾ ਹੈ। ਨੈਕਸਟ, ਵਾਟ ਇਜ਼ ਦਾ ਨਾਰਮਲ ਬਲੱਡ ਪ੍ਰੈਸ਼ਰ ਆਫ ਹਿਊਮਨ ਬੋਡੀ? ਇੱਕ ਹਿਊਮਨ ਬੋਡੀ, ਇੱਕ ਮਨੁੱਖੀ ਸਰੀਰ ਦਾ ਆਮ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ ਹੈ? ਜੋ ਇੱਕ ਹੈਲਥੀ ਪਰਸਨ ਹੈ, ਤੰਦਰੁਸਤ ਇਨਸਾਨ ਹੈ, ਉਸਦਾ ਜੋ ਬਲੱਡ ਪ੍ਰੈਸ਼ਰ ਹੈ ਉਹ ਉੱਪਰਲਾ ਹੁੰਦਾ ਹੈ 120 ਤੇ ਨਿਚਲਾ ਹੁੰਦਾ ਹੈ 80।
ठीक है। 120 तो 80 mmHg ਹੁੰਦਾ ਹੈ ਇੱਕ ਹਿਊਮਨ ਜੋ ਤੰਦਰੁਸਤ ਮਨੁੱਖੀ ਸਰੀਰ ਹੈ ਉਸ ਦਾ ਬਲੱਡ ਪ੍ਰੈਸ਼ਰ। ਤੇ ਬਲੱਡ ਪ੍ਰੈਸ਼ਰ ਨੂੰ ਜਿਸ ਇੰਸਟਰੂਮੈਂਟ ਦੇ ਨਾਲ ਮੇਜ਼ਰ ਕੀਤਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਸਫੈਗਮੋਮੈਨੋਮੀਟਰ। ਸਫੈਗਮੋਮੈਨੋਮੀਟਰ ਦੇ ਨਾਲ ਇਸ ਨੂੰ ਮੇਜ਼ਰ ਕੀਤਾ ਜਾਂਦਾ ਹੈ ਹਿਊਮਨ ਬਲੱਡ ਪ੍ਰੈਸ਼ਰ ਨੂੰ, ਠੀਕ ਹੈ ਜੀ। ਸਫੈਗਮੋਮੈਨੋਮੀਟਰ ਦੇ ਨਾਲ ਇਸ ਨੂੰ ਮੇਜ਼ਰ ਕੀਤਾ ਜਾਂਦਾ ਹੈ। ਤੇ ਸਫੈਗਮੋਮੈਨੋਮੀਟਰ ਨੂੰ ਕਿਸ ਨੇ ਇਨਵੈਂਟ ਕੀਤਾ ਸੀ? ਉਹ ਸੀ ਸੈਮੂਅਲ ਸਿਗਫਰਾਇਡ ਇਸਨੇ ਇਸ ਨੂੰ ਇਨਵੈਂਟ ਕੀਤਾ ਸੀ। ਤਾਂ ਇਨਵੈਂਸ਼ਨਸ ਦੇ ਵਿੱਚ ਕਈ ਵਾਰ ਪੁੱਛ ਲੈਂਦੇ ਨੇ ਕਿ ਸਫੈਗਮੋਮੈਨੋਮੀਟਰ ਕਿਸ ਨੇ ਇਨਵੈਂਟ ਕੀਤਾ ਸੀ? ਇਟ ਇਜ਼ ਇਨਵੈਂਟਡ ਬਾਏ ਸੈਮੂਅਲ ਸਿਗਫਰਾਇਡ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਤੇ ਸਭ ਤੋਂ ਇੰਪੋਰਟੈਂਟ ਕੁਐਸਚਨ ਕੀ ਹੈ ਕਿ ਬਲੱਡ ਪ੍ਰੈਸ਼ਰ ਨੂੰ ਮੇਜ਼ਰ ਕਰਨ ਵਾਲਾ ਇੰਸਟਰੂਮੈਂਟ ਕਿਹੜਾ ਹੈ, ਉਹ ਯੰਤਰ ਕਿਹੜਾ ਹੈ ਜਿਸ ਦੇ ਨਾਲ ਅਸੀਂ ਜੋ ਬਲੱਡ ਪ੍ਰੈਸ਼ਰ ਹੈ ਉਸ ਨੂੰ ਮਾਪਦੇ ਹਾਂ, ਉਹ ਕਿਹੜਾ ਹੈ? ਉਹ ਹੈ ਸਫੈਗਮੋਮੈਨੋਮੀਟਰ। ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ, ਵਟ ਇਜ਼ ਦਾ ਨੰਬਰ ਆਫ RBC ਇਨ ਹਿਊਮਨ ਬਲੱਡ? ਮਨੁੱਖੀ ਸਰੀਰ ਵਿੱਚ ਲਹੂ ਜੋ ਲਾਲ ਲਹੂ ਕਣ ਨੇ ਉਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ, ਠੀਕ ਹੈ ਜੀ। ਰੈੱਡ ਬਲੱਡ ਸੈੱਲ ਦੀ ਗਿਣਤੀ ਕਿੰਨੀ ਹੁੰਦੀ ਹੈ? ਇੱਕ ਮੇਲ ਦੇ ਵਿੱਚ ਇਹ ਹੁੰਦੀ ਹੈ 4.5 ਤੋਂ 5 ਮਿਲੀਅਨ ਕਿਊਬਿਕ ਮਿਲੀਮੀਟਰ, ਤੇ ਇੱਕ ਫੀਮੇਲ ਦੇ ਵਿੱਚ, ਇੱਕ ਔਰਤ ਦੇ ਵਿੱਚ ਹੁੰਦੀ ਹੈ 4 ਤੋਂ 4.5 ਮਿਲੀਅਨ ਕਿਊਬਿਕ ਮਿਲੀਮੀਟਰ। ਇਹ ਹੁੰਦੀ ਹੈ RBC ਦੀ ਗਿਣਤੀ ਇੱਕ ਆਮ ਇਨਸਾਨ ਜੋ ਮਨੁੱਖੀ ਸਰੀਰ ਹੈ, ਤੰਦਰੁਸਤ ਸਰੀਰ ਹੈ, ਉਸ ਦੇ ਵਿੱਚ। ਤੋ RBC, ਠੀਕ ਹੈ। RBC ਦੇ ਵਿੱਚ ਜੋ RBC ਦਾ ਕੰਮ ਕੀ ਹੈ? RBC ਦਾ ਕੰਮ ਹੈ ਆਕਸੀਜਨ ਨੂੰ, ਠੀਕ ਹੈ ਜੀ, ਇੱਕ ਬੋਡੀ ਪਾਰਟ ਤੋਂ ਦੂਸਰੇ ਬੋਡੀ ਪਾਰਟ ਤੱਕ ਲੈ ਕੇ ਜਾਣਾ, ਠੀਕ ਹੈ। ਟ੍ਰਾਂਸਫਰ ਕਰਨਾ ਆਕਸੀਜਨ ਨੂੰ ਫਰੋਮ ਵਨ ਬੋਡੀ ਪਾਰਟ ਟੂ ਦੂਸਰੇ ਬੋਡੀ ਪਾਰਟ, ਇਹ RBC ਦਾ ਕੰਮ ਹੁੰਦਾ ਹੈ, ਠੀਕ ਹੈ। ਕਈ ਵਾਰ ਪੁੱਛ ਲੈਂਦੇ ਨੇ RBC ਦਾ ਸ਼ੇਪ ਕਿਹੋ ਜਿਹੀ ਹੈ? ਤਾਂ RBC ਦੀ ਸ਼ੇਪ ਬਾਈਕਨਕੇਵ ਹੁੰਦੀ ਹੈ, ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ, ਇਸ ਤਰ੍ਹਾਂ ਮੁੜੇ ਜਿਹੇ ਹੁੰਦੇ ਨੇ ਕਿਉਂਕਿ ਉਰੇ ਇਹਨਾਂ ਨੂੰ ਇੱਕ ਏਰੀਆ ਪ੍ਰੋਵਾਈਡ ਹੁੰਦਾ ਜਿੱਥੇ ਕਿ ਇਹ ਆਕਸੀਜਨ ਨੂੰ ਕੈਰੀ ਕਰਦੇ ਨੇ, ਠੀਕ ਹੈ। ਆਕਸੀਜਨ ਨੂੰ ਕੈਰੀ ਕਰਦੇ ਨੇ ਇੱਕ ਬੋਡੀ ਪਾਰਟ ਤੋਂ ਦੂਸਰੇ ਬੋਡੀ ਪਾਰਟ ਤੱਕ। ਇਹ ਸੀਗਾ RBC ਬਾਰੇ। ਨੈਕਸਟ, ਜੋ ਸਭ ਤੋਂ ਇੰਪੋਰਟੈਂਟ ਕੁਐਸਚਨ ਹੁੰਦਾ ਕਿ RBC ਦਾ ਉਮਰ ਕਿੰਨੀ ਹੁੰਦੀ ਹੈ, ਲਾਈਫ ਸਪੈਨ ਕਿੰਨਾ ਹੁੰਦਾ ਹੈ RBC ਦਾ? ਤੇ ਇਟ ਇਜ਼ 120 ਡੇਜ਼, 120 ਦਿਨ ਹੁੰਦਾ ਹੈ RBC ਦਾ ਲਾਈਫ ਸਪੈਨ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। RBC ਦਾ ਲਾਈਫ ਸਪੈਨ ਕਿੰਨਾ ਹੁੰਦਾ ਹੈ? 120 ਦਿਨ। ਅਗਰ ਕਈ ਵਾਰ ਕੁਐਸਚਨ ਹੁੰਦਾ ਹੈ ਕਿ RBC ਨੂੰ ਪਹਿਲੀ ਵਾਰ ਕਿਸ ਨੇ ਲੱਭਿਆ ਸੀ, ਤਾਂ ਉਹ ਲੱਭਿਆ ਸੀ ਐਂਟੋਨ ਵੈਨ ਲੂਇਨਹੌਕ ਨੇ। ਐਂਟੋਨ ਵੈਨ ਲੂਇਨਹੌਕ ਨੇ ਇਸ ਨੂੰ ਲੱਭਿਆ ਸੀਗਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ, ਐਂਟੋਨ ਵੈਨ ਲੂਇਨਹੌਕ। ਤੇ RBC ਨੂੰ ਕੌਣ ਬਣਾਉਂਦਾ ਹੈ, ਠੀਕ ਹੈ ਜੀ? ਮਨੁੱਖੀ ਸਰੀਰ ਵਿੱਚ ਕਿੱਥੇ ਬਣਦੇ ਨੇ? ਤਾਂ ਇਹ ਮਨੁੱਖੀ ਸਰੀਰ ਵਿੱਚ ਬੋਨ ਮੈਰੋ ਦੇ ਵਿੱਚ ਬਣਦੇ ਨੇ, ਬੋਨ ਮੈਰੋ ਦੇ ਵਿੱਚ ਇਹ ਬਣਦੇ ਨੇ। ਇਹ ਤੁਸੀਂ ਯਾਦ ਰੱਖਣਾ ਕਿ RBC ਕਿੱਥੇ ਬਣਦੇ ਨੇ? ਤਾਂ ਇਹ ਬੋਨ ਮੈਰੋ ਦੇ ਵਿੱਚ ਬਣਦੇ ਨੇ। ਦੇਖੋ, ਬੋਨ ਮੈਰੋ ਇੱਕ ਬਹੁਤ ਹੀ ਸੌਫਟ ਜਿਹਾ, ਇੱਕ ਬਹੁਤ ਹੀ ਕੋਮਲ ਜਿਹਾ ਪਾਰਟ ਹੁੰਦਾ ਹੈ ਜੋ ਕਿ ਪ੍ਰੈਜ਼ੈਂਟ ਹੁੰਦਾ ਹੈ ਇਨ ਬੋਨਸ। ਹਰ ਇੱਕ ਇਨਸਾਨ, ਇੱਕ ਮੈਮਲ, ਇੱਕ ਜਾਨਵਰ, ਜੋ ਕੋਈ ਵੀ ਜਾਨਵਰ ਵਾਲਾ, ਉਸ ਦੀਆਂ ਹੱਡੀਆਂ ਦੇ ਵਿੱਚ ਬੋਨ ਮੈਰੋ ਪ੍ਰੈਜ਼ੈਂਟ ਹੁੰਦਾ ਹੈ ਜੋ ਕਿ ਉਸ ਇਨਸਾਨ, ਉਸ ਜਾਨਵਰ ਦੇ ਸਰੀਰ ਦੇ ਵਿੱਚ ਲਹੂ ਬਣਾਉਂਦਾ ਹੈ, RBC ਨੂੰ ਬਣਾਉਂਦਾ ਹੈ। ਤਾਂ ਉਹ ਕੌਣ ਬਣਾਉਂਦਾ ਹੈ? ਬੋਨ ਮੈਰੋ। ਤਾਂ ਕੁਐਸਚਨ ਆਉਂਦਾ ਕਿ RBC ਦਾ ਜਨਮ ਕਿੱਥੇ ਹੁੰਦਾ ਹੈ? ਤਾਂ ਇਹਨਾਂ ਦਾ ਜਨਮ ਬੋਨ ਮੈਰੋ ਦੇ ਵਿੱਚ ਹੁੰਦਾ ਹੈ, ਠੀਕ ਹੈ। ਇਹਨਾਂ ਨੂੰ ਕਿੰਨੇ ਲੱਭਿਆ ਸੀ ਪਹਿਲੀ ਵਾਰ? ਐਂਟੋਨ ਵੈਨ ਲੂਇਨਹੌਕ ਨੇ। ਤੇ ਇਹਨਾਂ ਦੀ ਉਮਰ ਕਿੰਨੀ ਹੁੰਦੀ ਹੈ? 120 ਦਿਨ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ, ਵਿਚ ਸੈੱਲ ਆਫ ਹਿਊਮਨ ਬੋਡੀ ਇਜ਼ ਵਿਦਾਊਟ ਨਿਊਕਲੀਅਸ ਐਂਡ ਮਾਈਟੋਕੌਂਡਰੀਆ? ਮਨੁੱਖੀ ਸਰੀਰ ਦੇ ਕਿਹੜੇ ਸੈੱਲ ਨਿਊਕਲੀਅਸ ਅਤੇ ਮਾਈਟੋਕੌਂਡਰੀਆ ਦੇ ਬਗੈਰ ਹੁੰਦੇ ਹਨ? ਤਾਂ ਉਹ ਨੇ ਰੈੱਡ ਬਲੱਡ ਸੈੱਲ। ਲਾਲ ਲਹੂ ਕਣ ਐਸੇ ਸੈੱਲ ਨੇ ਜਿਨ੍ਹਾਂ ਵਿੱਚ ਨਿਊਕਲੀਅਸ ਤੇ ਮਾਈਟੋਕੌਂਡਰੀਆ ਨਹੀਂ ਹੁੰਦਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ, ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਐਸੇ ਕਿਹੜੇ ਸੈੱਲ ਨੇ ਜਿਨ੍ਹਾਂ ਵਿੱਚ ਨਿਊਕਲੀਅਸ ਤੇ ਮਾਈਟੋਕੌਂਡਰੀਆ ਨਹੀਂ ਹੁੰਦਾ? ਤਾਂ ਉਹ ਨੇ ਲਾਲ ਬਲੱਡ ਸੈੱਲ, ਲਾਲ ਲਹੂ ਕਣ, ਠੀਕ ਹੈ ਜੀ। ਇਹ ਤੁਸੀਂ ਯਾਦ। ਦੇਖੋ, ਮਾਈਟੋਕੌਂਡਰੀਆ ਦੇ ਕੁਐਸਚਨ ਹੁੰਦਾ ਹੈ ਕਿ ਸੈੱਲ ਦਾ ਪਾਵਰ ਹਾਊਸ ਕਿਸ ਨੂੰ ਕਿਹਾ ਜਾਂਦਾ ਹੈ? ਵਿਚ ਸੈੱਲ ਆਰਗੇਨਲ ਇਜ਼ ਨਾਊਨ ਐਜ਼ ਪਾਵਰ ਹਾਊਸ ਆਫ ਸੈੱਲ? ਤਾਂ ਉਹ ਕਿਹਾ ਜਾਂਦਾ ਹੈ ਮਾਈਟੋਕੌਂਡਰੀਆ ਨੂੰ। ਮਾਈਟੋਕੌਂਡਰੀਆ ਨੂੰ ਸੈੱਲ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ। ਤੇ ਕਈ ਪੁੱਛਿਆ ਜਾਂਦਾ ਹੈ ਕਿ ਸੈੱਲ ਦਾ ਦਿਮਾਗ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਬ੍ਰੇਨ ਆਫ ਸੈੱਲ ਕਿਹਾ ਜਾਂਦਾ ਹੈ, ਬ੍ਰੇਨ ਆਫ ਸੈੱਲ ਕਿਹਾ ਜਾਂਦਾ ਹੈ ਨਿਊਕਲੀਅਸ ਨੂੰ। ਇਹ ਤੁਸੀਂ ਚੀਜ਼ਾਂ ਯਾਦ ਰੱਖਣੀਆਂ ਨੇ ਕਿ ਉਹ ਕਿਹੜੀ ਸੈੱਲ ਨੇ ਜਿਨ੍ਹਾਂ ਵਿੱਚ ਨਿਊਕਲੀਅਸ ਤੇ ਮਾਈਟੋਕੌਂਡਰੀਆ ਨਹੀਂ ਹੁੰਦਾ? ਰੈੱਡ ਬਲੱਡ ਸੈੱਲ। ਉਸ ਤੋਂ ਇਲਾਵਾ ਸੈੱਲ ਦੇ ਬ੍ਰੇਨ ਕਿਸ ਨੂੰ ਕਿਹਾ ਜਾਂਦਾ ਹੈ? ਨਿਊਕਲੀਅਸ ਨੂੰ। ਤੇ ਸੈੱਲ ਦੇ ਪਾਵਰ ਹਾਊਸ ਕਿਸ ਨੂੰ ਕਿਹਾ ਜਾਂਦਾ ਹੈ? ਮਾਈਟੋਕੌਂਡਰੀਆ ਨੂੰ, ਠੀਕ ਹੈ ਜੀ। ਨੈਕਸਟ ਆਉਂਦੇ ਨੇ ਵਾਈਟ ਬਲੱਡ ਸੈੱਲ। ਵਾਈਟ ਬਲੱਡ ਸੈੱਲ ਦਾ ਲਾਈਫ ਸਪੈਨ, ਉਮਰ ਕਿੰਨੀ ਹੁੰਦੀ ਹੈ? 3 ਤੋਂ 4 ਦਿਨ। 3 ਤੋਂ 4 ਦਿਨਾਂ ਦੇ ਬਾਅਦ ਵਾਈਟ ਬਲੱਡ ਸੈੱਲ ਆਪਣੇ ਆਪ ਖਤਮ ਹੋ ਜਾਂਦੇ ਨੇ। ਤੇ ਵਾਈਟ ਬਲੱਡ ਸੈੱਲ ਦੀ ਵੀ ਜੋ ਬਣਾਏ ਜਾਂਦੇ ਨੇ ਉਸ ਵੀ ਬੋਨ ਮੈਰੋ ਦੇ ਵਿੱਚੋਂ ਹੀ ਬਣਦੇ ਨੇ, ਠੀਕ ਹੈ ਜੀ। ਇਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਕਿ ਬੀ ਲਿੰਫੋਸਾਈਟ, ਠੀਕ ਹੈ ਜੀ। ਬੀ ਲਿੰਫੋਸਾਈਟਸ ਹੋ ਗਏ,
ਟੀ ਲਿੰਫੋਸਾਈਟਸ ਹੋ ਗਏ। ਇਹ ਤੁਸੀਂ ਡਿਟੇਲ 'ਚ ਨਹੀਂ ਪੜ੍ਹਨਾ, ਇਹ ਇਸ ਤਰ੍ਹਾਂ ਇਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ, ਤਾਂ ਮੇਨਲੀ ਇਹ ਬੋਨ ਮੈਰੋ ਵਿੱਚ ਹੀ ਬਣਦੇ ਨੇ। ਤੇ ਵਾਈਟ ਬਲੱਡ ਸੈੱਲ ਦਾ ਜੋ ਮੇਨ ਕੰਮ ਹੈ ਉਹ ਹੈ ਆਪਣੇ ਸਰੀਰ ਨੂੰ ਇਮਿਊਨਿਟੀ ਪ੍ਰੋਵਾਈਡ ਕਰਵਾਉਣਾ, ਮਤਲਬ ਬਿਮਾਰੀਆਂ ਨਾਲ ਲੜਨ ਦੀ ਤਾਕਤ ਪ੍ਰੋਵਾਈਡ ਕਰਵਾਉਣਾ, ਸ਼ਮਤਾ ਦੇਣੀ। ਠੀਕ ਹੈ ਜੀ, ਸਰੀਰ ਨੂੰ ਸ਼ਮਤਾ ਦੇਣੀ ਕੰਮ ਕਿਸ ਦਾ ਹੈ? ਵਾਈਟ ਬਲੱਡ ਸੈੱਲ ਦਾ ਹੈ। ਤੇ ਵਾਈਟ ਬਲੱਡ ਸੈੱਲ ਨੂੰ ਕਿਸ ਨੇ ਲੱਭਿਆ ਸੀਗਾ? ਵਾਈਟ ਬਲੱਡ ਸੈੱਲ ਨੂੰ ਪਹਿਲੀ ਵਾਰ ਲੱਭਿਆ ਸੀਗਾ ਗੈਬਰੀਅਲ ਐਂਡਰਲ ਨੇ। ਗੈਬਰੀਅਲ ਐਂਡਰਲ ਐਂਡ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸੀਗੇ ਵਿਲੀਅਮ ਐਡੀਸਨ। ਇਹਨਾਂ ਦੋ ਬੰਦਿਆਂ ਨੇ ਵਾਈਟ ਬਲੱਡ ਸੈੱਲ ਨੂੰ ਪਹਿਲੀ ਵਾਰ ਲੱਭਿਆ ਸੀ। ਠੀਕ ਹੈ ਜੀ, ਇਹ ਸੀਗਾ ਵਾਈਟ ਬਲੱਡ ਸੈੱਲ ਦੇ ਬਾਰੇ ਵਿੱਚ। ਦੇਖੋ ਵਾਈਟ ਬਲੱਡ ਸੈੱਲ ਮੇਨਲੀ 5 ਤਰ੍ਹਾਂ ਦੇ ਹੁੰਦੇ ਨੇ। 5 ਤਰ੍ਹਾਂ ਦੇ ਕਿਹੜੇ? ਬੈਸੋਫਿਲਸ। ਠੀਕ ਹੈ ਜੀ, ਬੈਸੋਫਿਲਸ। ਨੈਕਸਟ ਹੁੰਦਾ ਓਸੀਨੋਫਿਲਸ। ਠੀਕ ਹੈ, ਨਿਊਟ੍ਰੋਫਿਲਸ, ਮੋਨੋਸਾਈਟਸ ਐਂਡ ਲਿੰਫੋਸਾਈਟਸ। ਇਹ 5 ਤਰ੍ਹਾਂ ਦੇ, ਠੀਕ ਹੈ ਜੀ, ਵਾਈਟ ਬਲੱਡ ਸੈੱਲ ਨੇ। ਜੋ ਇਨਸਾਨੀ ਮਨੁੱਖੀ ਸਰੀਰ ਵਿੱਚ ਸਭ ਤੋਂ ਜ਼ਿਆਦਾ ਪਾਏ ਜਾਣ ਵਾਲੇ ਬਲੱਡ ਸੈੱਲ ਕਿਹੜੇ ਨੇ? ਵਾਈਟ ਬਲੱਡ ਸੈੱਲ। ਉਹ ਕਿਹੜੇ ਨੇ? ਉਹ ਹੈਗੇ ਨੇ ਨਿਊਟ੍ਰੋਫਿਲਸ। 40 ਤੋਂ 70% ਪਾਏ ਜਾਂਦੇ ਨੇ ਮਨੁੱਖੀ ਸਰੀਰ ਵਿੱਚ। ਤੇ ਸਭ ਤੋਂ ਵੱਡੇ ਜੋ ਲਾਰਜੈਸਟ ਸਾਈਜ਼ ਦੇ ਵਾਈਟ ਬਲੱਡ ਸੈੱਲ ਨੇ ਉਹ ਨੇ ਮੋਨੋਸਾਈਟਸ, ਤੇ ਸਭ ਤੋਂ ਛੋਟੇ ਜੋ ਸਮਾਲੈਸਟ ਨੇ ਉਹ ਨੇ ਲਿੰਫੋਸਾਈਟਸ। ਇਹ ਤੁਸੀਂ ਯਾਦ ਰੱਖਣਾ ਹੈ ਵਾਈਟ ਬਲੱਡ ਸੈੱਲ ਦੇ ਬਾਰੇ 'ਚ। ਨੈਕਸਟ, ਵਾਈਟ ਬਲੱਡ ਸੈੱਲ ਦਾ ਨਾਰਮਲ ਕਾਊਂਟ ਕਿੰਨਾ ਹੈ? ਵਾਟ ਇਜ਼ ਦਾ ਨਾਰਮਲ ਕਾਊਂਟ ਆਫ ਵਾਈਟ ਬਲੱਡ ਸੈਲਸ ਇਨ ਹਿਊਮਨ ਬੋਡੀ? ਮਨੁੱਖੀ ਸਰੀਰ ਵਿੱਚ ਚਿੱਟੇ ਲਹੂ ਕਣਾਂ ਦੀ ਆਮ ਗਿਣਤੀ ਕਿੰਨੀ ਹੈ? ਤਾਂ ਇਹ 5000 ਤੋਂ 10000 ਕਿਊਬਿਕ ਮਿਲੀਮੀਟਰ ਨੇ। 5000 ਤੋਂ 10000 ਕਿਊਬਿਕ ਮਿਲੀਮੀਟਰ ਨੇ ਵਾਈਟ ਬਲੱਡ ਸੈੱਲ, ਚਿੱਟੇ ਲਹੂ ਕਣ ਇੱਕ ਇਨਸਾਨ ਦੇ ਸਰੀਰ ਦੇ ਵਿੱਚ। ਠੀਕ ਹੈ, ਇਹਨਾਂ ਦੀ ਅਗਰ ਜ਼ਿਆਦਾ, ਇਹਨਾਂ ਦੀ ਮਾਤਰਾ 10000 ਤੋਂ ਜ਼ਿਆਦਾ ਹੋ ਜਾਵੇ ਤਾਂ ਉਸ ਦੇ ਨਾਲ ਕੀ ਹੋ ਜਾਂਦਾ ਹੈ? ਲੁਕੇਮੀਆ, ਜਿਸ ਨੂੰ ਕੀ ਕਿਹਾ ਜਾਂਦਾ ਹੈ? ਤੁਸੀਂ ਅਗਰ ਕਹੀਏ, ਠੀਕ ਹੈ, ਬਲੱਡ ਕੈਂਸਰ, ਕੈਂਸਰ ਆਫ ਬਲੱਡ ਕਹਿ ਸਕਦੇ ਹੋ ਤੁਸੀਂ, ਬਲੱਡ ਕੈਂਸਰ, ਉਸ ਨੂੰ ਕੀ ਕਿਹਾ ਜਾਂਦਾ ਹੈ? ਲੁਕੇਮੀਆ। ਉਹ ਕਿਸ ਦੇ ਕਾਰਨ ਹੁੰਦਾ ਹੈ? ਜਦੋਂ ਸਰੀਰ ਵਿੱਚ ਵਾਈਟ ਬਲੱਡ ਸੈੱਲ, ਚਿੱਟੇ ਲਹੂ ਕਣਾਂ ਦੀ ਗਿਣਤੀ ਉਹਨਾਂ ਦੀ ਨਾਰਮਲ ਗਿਣਤੀ ਨਾਲੋਂ, ਆਮ ਗਿਣਤੀ ਨਾਲੋਂ ਜ਼ਿਆਦਾ ਹੋ ਜਾਵੇ। ਠੀਕ ਹੈ ਜੀ, ਉਹ ਉਸ ਨੂੰ ਕਹਿੰਦੇ ਨੇ ਲੁਕੇਮੀਆ, ਕੈਂਸਰ ਆਫ ਬਲੱਡ ਕੈਂਸਰ। ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ, ਵਟ ਆਰ ਦਾ ਬਲੱਡ ਪਲੇਟਲੈਟਸ ਕਾਊਂਟ ਇਨ ਹਿਊਮਨ ਬੋਡੀ? ਬਲੱਡ ਪਲੇਟਲੈਟ ਕਾਊਂਟ ਕਿੰਨਾ ਹੁੰਦਾ ਹੈ ਹਿਊਮਨ ਬੋਡੀ ਵਿੱਚ? ਇਹ ਹੁੰਦਾ ਹੈ 2 ਲੱਖ ਤੋਂ 4 ਲੱਖ ਕਿਊਬਿਕ ਮਿਲੀਮੀਟਰ। ਠੀਕ ਹੈ, ਮਨੁੱਖੀ ਸਰੀਰ ਵਿੱਚ ਖੂਨ ਦੇ ਪਲੇਟਲੈਟ ਦੀ ਗਿਣਤੀ ਕਿੰਨੀ ਹੁੰਦੀ ਹੈ? 2 ਲੱਖ ਤੋਂ 4 ਲੱਖ ਕਿਊਬਿਕ ਮਿਲੀਮੀਟਰ ਗਿਣਤੀ ਹੁੰਦੀ ਹੈ ਮਨੁੱਖੀ ਸਰੀਰ ਦੇ ਵਿੱਚ ਬਲੱਡ ਪਲੇਟਲੈਟਸ ਦੀ। ਠੀਕ ਹੈ, ਬਲੱਡ ਪਲੇਟਲੈਟਸ ਦਾ ਮੇਨ ਕੰਮ ਕੀ ਹੁੰਦਾ ਹੈ? ਇਹ ਖੂਨ ਨੂੰ ਜੰਮਣ ਵਿੱਚ ਹੈਲਪ ਕਰਦੇ ਨੇ, ਬਲੱਡ ਕਲੌਟ ਕਰਨ ਵਿੱਚ ਹੈਲਪ ਕਰਦੇ ਨੇ। ਤੁਸੀਂ ਦੇਖਿਆ ਹੋਵੇ ਕਿ ਕਿਸੇ ਜਗ੍ਹਾ ਆਪਣੇ ਕੋਈ ਸੱਟ ਲੱਗ ਜਾਏ, ਕੋਈ ਇੰਜਰੀ ਹੋ ਜਾਵੇ, ਤਾਂ ਉੱਥੇ ਆਪਣਾ ਖੂਨ ਆਪਣੇ ਆਪ ਆ ਕੇ ਜੰਮ ਜਾਂਦਾ ਹੈ। ਤਾਂ ਉਹ ਕੰਮ ਕੌਣ ਕਰਦੇ ਨੇ? ਉਹ ਕਰਦੇ ਨੇ ਬਲੱਡ ਪਲੇਟਲੈਟਸ। ਖੂਨ ਦੇ ਪਲੇਟਲੈਟ ਨੇ ਜੋ ਉਹ ਕੰਮ ਕਰਦੇ ਨੇ ਇਹ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਦੇਖੋ ਇਹਦੇ ਵਿੱਚ 2 ਬਿਮਾਰੀਆਂ ਆਉਂਦੀਆਂ ਨੇ, ਇੱਕ ਹੁੰਦੀਆਂ ਨੇ ਹੀਮੋਫੀਲੀਆ। ਠੀਕ ਹੈ, ਇਸ ਦੇ ਵਿੱਚ ਕੀ ਹੁੰਦਾ ਹੈ? ਬਲੱਡ ਕਲੌਟ ਨਹੀਂ ਕਰਦਾ, ਤੇ ਬਟ ਇਹ ਇੱਕ ਤਰ੍ਹਾਂ ਦੀ, ਕਿਸ ਤਰ੍ਹਾਂ ਦੀ ਡਿਜ਼ੀਜ਼ ਹੈ? ਇੱਕ ਇਹ ਜੈਨੇਟਿਕ ਡਿਜ਼ੀਜ਼ ਹੈ, ਮਤਲਬ ਕਿ ਇਹ ਪਰਿਵਾਰ ਦੇ ਵਿੱਚ ਅੱਗੇ ਤੋਂ ਅੱਗੇ ਵਧਣ ਵਾਲੀ ਡਿਜ਼ੀਜ਼ ਹੈ। ਠੀਕ ਹੈ, ਹੀਮੋਫੀਲੀਆ, ਇਸ ਦੇ ਵਿੱਚ ਬਲੱਡ ਕਲੌਟ ਨਹੀਂ ਕਰਦਾ। ਜਿਵੇਂ ਕਿ ਫੋਰ ਐਗਜ਼ਾਮਪਲ ਇੰਗਲੈਂਡ ਦੇ ਰਾਜਕੁਮਾਰ ਨੇ, ਉਹਨਾਂ ਨੂੰ ਇਹ ਹੀਮੋਫੀਲੀਆ ਡਿਜ਼ੀਜ਼ ਹੈ। ਉਹਨਾਂ ਦੇ ਅਗਰ ਕੋਈ ਸੱਟ ਲੱਗ ਜਾਏ ਤਾਂ ਉਹਨਾਂ ਦਾ ਬਲੱਡ ਕਲੌਟ ਨਹੀਂ ਕਰਦਾ, ਉਹਨਾਂ ਦੀ ਲਗਾਤਾਰ ਬਲੱਡ ਵਹਿੰਦਾ ਹੀ ਰਹਿੰਦਾ ਹੈ ਸਰੀਰ ਦੇ ਵਿੱਚੋਂ। ਠੀਕ ਹੈ ਜੀ, ਇਸ ਤੋਂ ਇਲਾਵਾ ਇੱਕ ਬਿਟ ਹੁੰਦੀ ਹੈ ਵਿਟਾਮਿਨ ਕੇ ਦੀ ਕਮੀ ਕਾਰਨ। ਵਿਟਾਮਿਨ ਕੇ ਦੀ ਕਮੀ ਕਾਰਨ ਵੀ ਬਲੱਡ ਕਲੌਟ ਕਰਨੋਂ ਹਟ ਜਾਂਦਾ ਹੈ। ਠੀਕ ਹੈ ਜੀ, ਤਾਂ ਪੁੱਛਿਆ ਜਾਂਦਾ ਕਿ ਬਲੱਡ ਕਲੌਟ ਨਾ ਹੋਣ ਪਿੱਛੇ ਕਿਸ ਵਿਟਾਮਿਨ ਦੀ ਕਮੀ ਹੁੰਦੀ ਹੈ? ਉਹ ਹੁੰਦੀ ਹੈ ਵਿਟਾਮਿਨ ਕੇ ਦੀ ਕਮੀ ਹੁੰਦੀ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਅੱਗੇ ਆਉਂਦਾ ਹੈ ਕਿ ਵਿਚ ਇਜ਼ ਦਾ ਹੀਮੋਗਲੋਬਿਨ ਕਾਊਂਟ ਇਨ ਹਿਊਮਨ ਬੋਡੀ? ਮਨੁੱਖੀ ਸਰੀਰ ਵਿੱਚ ਹੀਮੋਗਲੋਬਿਨ ਦੀ ਗਿਣਤੀ ਕਿੰਨੀ ਹੈ? ਤਾਂ ਉਹ ਹੈ 14 ਤੋਂ 15.6 ਗ੍ਰਾਮ ਮੇਲ ਦੇ ਵਿੱਚ, ਤੇ ਫੀਮੇਲ ਵਿੱਚ 11 ਤੋਂ 14 ਗ੍ਰਾਮ। ਇੱਕ ਪੁਰਸ਼ ਦੇ ਵਿੱਚ 14 ਤੋਂ 15 ਗ੍ਰਾਮ ਦੇ ਲਗਭਗ, ਤੇ ਇੱਕ ਔਰਤ ਵਿੱਚ 11 ਤੋਂ 14 ਗ੍ਰਾਮ ਦੇ ਲਗਭਗ ਹੁੰਦੀ ਹੈ ਹੀਮੋਗਲੋਬਿਨ। ਹੀਮੋਗਲੋਬਿਨ ਇੱਕ ਤਰ੍ਹਾਂ ਦਾ ਪ੍ਰੋਟੀਨ ਹੈ ਜੋ ਕਿ ਪ੍ਰੈਜ਼ੈਂਟ ਹੁੰਦਾ ਹੈ ਕਿੱਥੇ? ਰੈੱਡ ਬਲੱਡ ਸੈੱਲ ਤੇ। ਠੀਕ ਹੈ, ਜੋ ਲਾਲ ਲਹੂ ਕਣ ਨੇ ਉਹਨਾਂ ਦੇ ਪ੍ਰੈਜ਼ੈਂਟ ਹੁੰਦਾ ਹੈ ਹੀਮੋਗਲੋਬਿਨ। ਤੇ ਜੋ ਰੈੱਡ ਬਲੱਡ ਸੈੱਲ ਆਕਸੀਜਨ ਨੂੰ ਕੈਰੀ ਕਰਦੇ ਨੇ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਂਦੇ ਨੇ, ਉਹ ਕੌਣ ਕੰਮ ਕਰਦਾ ਹੈ? ਉਹ ਮੇਨ ਕਰਦਾ ਹੈ ਹੀਮੋਗਲੋਬਿਨ। ਹੀਮੋਗਲੋਬਿਨ ਦੇ ਵਿੱਚ ਜੋ ਹੁੰਦਾ ਹੈ ਆਪਣੇ ਲੋਹੇ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਆਇਰਨ ਆਕਸਾਈਡ। ਇਸ ਦੇ ਕਾਰਨ ਇਸ ਦਾ ਰੰਗ ਕੀ ਹੁੰਦਾ ਹੈ? ਲਾਲ ਹੁੰਦਾ ਹੈ, ਰੈੱਡ ਕਲਰ ਹੁੰਦਾ ਹੈ। ਠੀਕ ਹੈ ਜੀ, ਆਇਰਨ ਆਕਸਾਈਡ ਦੇ ਕਾਰਨ ਹੀ ਆਪਣੇ ਲਹੂ ਦਾ ਰੰਗ ਕੀ ਹੁੰਦਾ ਹੈ? ਲਾਲ ਹੁੰਦਾ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ, ਨੈਕਸਟ,
ਵਿਚ ਬਲੱਡ ਗਰੁੱਪ ਇਜ਼ ਯੂਨੀਵਰਸਲ ਬਲੱਡ ਡੋਨਰ। ਯੂਨੀਵਰਸਲ ਖੂਨਦਾਨੀ ਕਿਹੜਾ ਖੂਨ ਦਾ ਸਮੂਹ ਹੈ? ਤਾਂ ਉਹ ਹੈ O, ਠੀਕ ਹੈ ਜੀ, O ਨੈਗੇਟਿਵ। O ਨੈਗੇਟਿਵ ਬਲੱਡ ਗਰੁੱਪ ਨੂੰ ਯੂਨੀਵਰਸਲ ਖੂਨਦਾਨੀ ਜਾਂ ਯੂਨੀਵਰਸਲ ਬਲੱਡ ਡੋਨਰ ਕਿਹਾ ਜਾਂਦਾ ਹੈ। ਠੀਕ ਹੈ ਜੀ। ਦੇਖੋ ਬਲੱਡ ਗਰੁੱਪ ਨੂੰ ਪਹਿਲੀ ਵਾਰ ਕਿਸ ਨੇ ਲੱਭਿਆ ਸੀ, ਇਹ ਕੁਐਸਚਨ ਆਉਂਦਾ ਹੈ। ਬਲੱਡ ਗਰੁੱਪ ਨੂੰ ਪਹਿਲੀ ਵਾਰ ਕਿਸ ਨੇ ਲੱਭਿਆ ਸੀ? ਤਾਂ ਉਹ ਲੱਭਿਆ ਗਿਆ ਸੀਗਾ ਕਾਰਲ, ਠੀਕ ਹੈ ਜੀ, ਲੈਂਡਸਟਰਨਰ ਦੇ ਵੱਲੋਂ। ਕਾਰਲ ਲੈਂਡਸਟਰਨਰ ਨੇ ਇਸ ਨੂੰ ਲੱਭਿਆ ਸੀਗਾ। ਠੀਕ ਹੈ, ਤੇ ਉਹਨਾਂ ਨੇ ABO ਇਹ 3 ਬਲੱਡ ਗਰੁੱਪ ਲੱਭੇ ਸੀ ਕਾਰਲ ਲੈਂਡਸਟਰਨਰ ਨੇ। ਇਹਨਾਂ ਦੇ ਨਾਲ ਹੀ ਉਹਨਾਂ ਨੇ ਇਹ ਵੀ ਲੱਭਿਆ ਸੀ ਕਿ ਬਲੱਡ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਹੁੰਦਾ, RH ਫੈਕਟਰ ਹੁੰਦਾ ਹੈ। ਇਹ ਕਿਸ ਨੇ ਲੱਭਿਆ ਸੀ? ਕਾਰਲ ਲੈਂਡਸਟਰਨਰ ਨੇ। ਠੀਕ ਹੈ, ਤੁਸੀਂ ਮੈਨੂੰ ਕਮੈਂਟ 'ਚ ਦੱਸੋਗੇ ਕਿ AB ਬਲੱਡ ਗਰੁੱਪ ਕਿਸ ਨੇ ਲੱਭਿਆ ਸੀ। AB ਬਲੱਡ ਗਰੁੱਪ ਕਿਸ ਨੇ ਲੱਭਿਆ ਸੀ, ਇਹ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸੋਗੇ। ਨੈਕਸਟ, ਜਿਸ ਤਰ੍ਹਾਂ O ਨੈਗੇਟਿਵ यूनिवर्सल खूनदानी है, ठीक है, उसी प्रकार AB पॉजिटिव O की है वो किसी तो भी खून प्राप्त कर सकता है। विच ब्लड ग्रुप इज यूनिवर्सल रिसिपिएंट, ठीक है, यूनिवर्सल खून प्राप्त करने वाला खून का समूह केड़ा है? तो वह है AB पॉजिटिव। ठीक है, AB पॉजिटिव है। देखो इस विच RH का मतलब की है, ये है रेसेस फैक्टर। रेसेस फैक्टर, ठीक है, एक तरह का प्रोटीन है, एक तरह का एंटीजन है जो कि खून के प्रेजेंट होता है। जिन्हां विच यह एंटीजन प्रेजेंट होंदा है तो वह होंदे ने पॉजिटिव AB पॉजिटिव, जिन्हां विच यह प्रेजेंट नहीं होंदा वह होंदा है नैगेटिव। ठीक है, ये रेसेस जो इसका नाम पिया है यह पिया है रेसेस मंकी के उत्ते। ठीक है, एक रेसेस एक बांदर की किस्म होंदी है रेसेस, उस दे विच इसनूं पहली बार लभ्या गया सीगा, उस दे उत्ते ही इसका नाम की पिया है रेसेस फैक्टर। यह किसने लभ्या सी? लैंड स्टर्नर ने, कार लैंड स्टर्नर ने इसनूं लभ्या सी। ठीक है जी, ये तुसीं चीज़ां याद रखनियां ने। नैक्सट, ब्लड नूं क्लॉट करने में कितना टाइम लगता है कि खून जम्मण में कितना टाइम लगता है, कितना समा लगता है? तो वह 2 ਤੋਂ 5 मिनट लगते हैं ब्लड क्लॉट होने दे विच। ये तुसीं याद रखना है। वट इज़ द नॉर्मल बॉडी टैंपरेचर? मनुखी शरीर का जो आम तापमान कितना होंदा है? वह होंदा है 98.4 डिग्री फारनाइट तो 37 डिग्री सैल्सीयस। 98 डिग्री 4 फारनाइट तो 37 डिग्री सैल्सीयस टैंपरेचर होंदा है। ठीक है, एक शरीर का नॉर्मल टैंपरेचर। तो इसनूं किस इंस्ट्रूमेंट नाल मिनिया जाता है, मापिया जाता है? थर्मोमीटर के नाल। ठीक है, थर्मोमीटर के नाल इसनूं मापिया जाता है। ठीक है, ये तुसीं याद रखनी है चीज़ कि ह्यूमन बॉडी नूं किस टैंपरेचर जो इंस्ट्रूमेंट नाल मापिया जाता है वह मापिया जाता है थर्मोमीटर के नाल। ते थर्मोमीटर नूं इन्वेंट किसने कीता सीगा? ये इन्वेंट कीता सी सेंटोरियो ने। सेंटोरियो ने इसनूं इन्वेंट किया सीगा। ठीक है जी, ये तुसीं याद रखना है। थर्मोमीटर नूं किसने इन्वेंट किया सी? सेंटोरियो ने। ठीक है जी, तो तुसीं मैनूं दस्सो कि थर्मोमीटर दे विच जो एक तुसीं, ठीक है जी, पारा देखदे हो वो किहड़ा एलीमेंट हुंदा है? ठीक है, वो किहड़ा एलीमेंट किहड़ा मैटल हुंदा है जो थर्मोमीटर विच पाया जाता है? तुसीं मैनूं कमेंट बॉक्स दे विच दस्सोगे। नैक्सट, वट इज़ द ब्रीथिंग रेट ऑफ ह्यूमन बॉडी? एक आम जो मनुखी शरीर के साह की दर कितनी है? तो एक इंसान 1 मिनट के 16 तो 20 बार साह लैंदा है। 16 तो 20 बार साह लिया जाता है एक तंदुरुस्त इंसान वालों 1 मिनट के विच। ये तुसीं याद रखना है। नैक्सट है कि वट इज़ द डेंटल फॉर्मूला ऑफ ह्यूमन? मनुख के दंदां का फॉर्मूला की है? अगर एक अडल्ट की गल करिए, एक बालक की गल करिए, उसके दंदां का फॉर्मूला होंदा है 2 1 2 3। अगर तुसीं प्लस करोगे 2 1 3 4 5 6 7 8, यानी कि एक पासे दे अगर तुसीं इस तरह लाने हो, ठीक है, इस तरह हुंदा है ह्यूमन का जो दंद हुंदे ने, उपरले इसनूं 4 भागां में वंडिया जांदा। इस इधरले पासे जो हुंदे ने 8 दंद हुंदे ने, इधरले पासे 8 दंद, इधर तो टोटल किन्ने दंद हो गए? 32 दंद हो गए। तो जो बालक दे विच जो दंदां का फॉर्मूला है वह है 2 1 2 3। तो एक बच्चे दे विच जो एक चाइल्ड है जिसके अजे दुध के दंद नहीं टुटे, ठीक है, मिल्क टीथ नहीं टुटे, उन्हां विच हुंदा है 2 1 2 0। ठीक है, ये तुसीं याद रखना है कि एक बालक दे विच 2 1 2 3 फॉर्मूला हुंदा है दंदां दा, ते एक चाइल्ड दे विच 2 1 2 0 हुंदा है दंदां दा फॉर्मूला। नैक्सट हुंदा है वट इज़ द टोटल पेयर ऑफ क्रेनियल नर्व्स इन ह्यूमन बॉडी? मनुखी शरीर विच क्रेनियल नाड़ियां दे कुल किन्ने जोड़े हैं? तो ये 12 जोड़े हैं, 12 पेयर। क्रेनियल नर्व्स किहड़ियां हुंदियां ने? वो नाड़ां जो ह्यूमन ब्रेन दे विच प्रेजेंट हुंदियां ने, जो इंसान के दिमाग दे विच नाड़ां पाईयां जांदियां ने, उन्हां नूं कहा जाता है क्रेनियल नर्व्स, क्रेनियल नाड़ां। तो ये 12 जोड़े हुंदे ने, मतलब टोटल किन्ने हो गए? 24 नाड़ां हो गई। ठीक है, टोटल 24 नाड़ां ते 12 पेयर हो गए, 12 जोड़े हो गए। ये तुसीं याद रखना है। वट इज़ द टोटल पेयर ऑफ स्पाइनल नर्व्स इन ह्यूमन बॉडी?
ਠੀਕ ਹੈ। ਮਨੁੱਖੀ ਸਰੀਰ ਵਿੱਚ ਰੀੜ੍ਹ ਦੀ ਹੱਡੀ ਦੀਆਂ ਨਾੜੀਆਂ ਦੇ ਕੁੱਲ ਕਿੰਨੇ ਜੋੜੇ ਹੁੰਦੇ ਨੇ? ਤਾਂ ਉਹ 31 ਪੇਅਰ ਹੁੰਦੇ ਨੇ। 31 ਜੋੜੇ ਹੁੰਦੇ ਨੇ ਮਨੁੱਖ ਦੇ ਸਰੀਰ ਵਿੱਚ ਰੀੜ੍ਹ ਦੀ ਹੱਡੀ ਦੀਆਂ ਨਾੜਾਂ ਦੇ। ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ। ਨੈਕਸਟ, ਵਿਚ ਇਜ਼ ਦੀ ਲਾਰਜੈਸਟ ਐਂਡੋਕਰਾਈਨ ਗਲੈਂਡ ਇਨ ਹਿਊਮਨ ਬੋਡੀ। ਠੀਕ ਹੈ, ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਐਂਡੋਕਰਾਈਨ ਗਲੈਂਡ ਕਿਹੜੀ ਹੈ? ਕਿ ਉਹ ਹੈ ਥਾਇਰਾਇਡ ਗਲੈਂਡ। ਠੀਕ ਹੈ, ਥਾਇਰਾਇਡ ਗਲੈਂਡ ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡਾ ਐਂਡੋਕਰਾਈਨ ਗਲੈਂਡ ਹੈ। ਦੇਖੋ ਦੋ ਤਰ੍ਹਾਂ ਦੇ ਗਲੈਂਡ ਹੁੰਦੇ ਨੇ, ਐਂਡੋ ਐਂਡ ਐਕਜ਼ੋ। ਠੀਕ ਹੈ, ਐਂਡੋ ਐਂਡ ਐਕਜ਼ੋ। ਐਂਡੋ ਉਹ ਗਲੈਂਡ ਹੁੰਦੇ ਨੇ ਜੋ ਆਪਣੀ ਸਕਰੀਸ਼ਨ ਜੋ ਵੀ ਸਕਰੀਟ ਕਰਦੇ ਨੇ, ਮਤਲਬ ਜੋ ਵੀ ਹਾਰਮੋਨ ਵਗੈਰਾ ਸਕਰੀਟ ਕਰਦੇ ਨੇ, ਉਹ ਸਿੱਧਾ ਕਿੱਥੇ ਸਕਰੀਟ ਕਰਦੇ ਨੇ? ਇਹ ਸਿੱਧਾ ਖੂਨ ਦੇ ਵਿੱਚ, ਬਲੱਡ ਦੇ ਵਿੱਚ ਸਕਰੀਟ ਕਰਦੇ ਨੇ। ਤੇ ਜੋ ਐਕਜ਼ੋ ਹੁੰਦੇ ਨੇ ਉਹ ਸਕਰੀਟ ਕਰਦੇ ਨੇ ਜੋ ਵੀ ਆਪਦੀ ਸਕਰੀਸ਼ਨ ਹੈ। ਠੀਕ ਹੈ, ਜੋ ਵੀ ਉਹਨਾਂ ਨੇ ਸਕਰੀਟ ਕਰਨਾ ਉਹ ਬੋਡੀ ਦੇ ਵਿੱਚ ਪ੍ਰੈਜ਼ੈਂਟ ਟਿਊਬਸ ਵਗੈਰਾ ਦੇ ਵਿੱਚ ਸਕਰੀਟ ਕਰਦੇ ਨੇ। ਮਤਲਬ ਕਹਿ ਸਕਦੇ ਹੋ ਕਿ ਸਿੱਧਾ ਬਲੱਡ ਦੇ ਵਿੱਚ ਸਕਰੀਟ ਨਹੀਂ ਕਰਦੇ ਐਕਜ਼ੋ ਕਰਾਈਨ ਗਲੈਂਡ। ਠੀਕ ਹੈ ਜੀ, ਤਾਂ ਐਂਡੋਕਰਾਈਨ ਕਿਹੜੇ ਨੇ? ਸਿੱਧਾ ਬਲੱਡ ਦੇ ਵਿੱਚ ਕਰਦੇ ਨੇ। ਤਾਂ ਸਭ ਤੋਂ ਵੱਡਾ ਐਂਡੋਕਰਾਈਨ ਗਲੈਂਡ ਕਿਹੜਾ ਹੈ? ਉਹ ਹੈ ਥਾਇਰਾਇਡ ਗਲੈਂਡ। ਠੀਕ ਹੈ, ਥਾਇਰਾਇਡ ਗਲੈਂਡ ਸਭ ਤੋਂ ਵੱਡਾ ਐਂਡੋਕਰਾਈਨ ਗਲੈਂਡ ਹੈ। ਅਗਰ ਪੁੱਛਿਆ ਜਾਵੇ ਸਭ ਤੋਂ ਛੋਟਾ ਐਂਡੋਕਰਾਈਨ ਗਲੈਂਡ ਕਿਹੜਾ ਹੈ, ਤਾਂ ਉਹ ਹੈ ਪਿਚੁਟਰੀ ਗਲੈਂਡ। ਪਿਚੁਟਰੀ ਗਲੈਂਡ ਜੋ ਹੈ ਉਹ ਸਭ ਤੋਂ ਛੋਟਾ ਐਂਡੋਕਰਾਈਨ ਗਲੈਂਡ ਹੈ। ਸਭ ਤੋਂ ਸਮਾਲੈਸਟ ਐਂਡੋਕਰਾਈਨ ਗਲੈਂਡ ਕਿਹੜਾ ਹੈ? ਪਿਚੁਟਰੀ ਗਲੈਂਡ। ਤੇ ਸਭ ਤੋਂ ਵੱਡਾ ਕਿਹੜਾ ਹੈ? ਥਾਇਰਾਇਡ ਗਲੈਂਡ। ਦੇਖੋ ਇਸ ਦੇ ਨਾਲ ਇੱਕ ਹੋਰ ਕੁਐਸਚਨ ਆਉਂਦਾ ਹੈ ਕਿ ਉਹ ਐਸਾ ਕਿਹੜਾ ਗਲੈਂਡ ਹੈ ਜੋ ਕਿ ਇਨਸਾਨ ਦੀ ਉਮਰ ਵਧਣ ਦੇ ਨਾਲ ਠੀਕ ਹੈ, ਉਮਰ ਵੱਧਦੀ ਹੈ, ਜਿਵੇਂ ਜਿਵੇਂ ਆਪਣੇ ਵਿੱਚ ਮੈਚਿਓਰਟੀ ਆਉਂਦੀ ਹੈ, ਆਪਾਂ ਮੈਚਿਓਰ ਹੁੰਦੇ ਹਾਂ, ਤਾਂ ਉਹ ਕਿਹੜਾ ਗਲੈਂਡ ਹੈ ਜੋ ਉਮਰ ਵਧਣ ਦੇ ਨਾਲ ਸਾਈਜ਼ ਵਿੱਚ ਛੋਟਾ ਹੁੰਦਾ ਜਾਂਦਾ ਹੈ? ਤਾਂ ਉਹ ਹੈ ਥਾਈਮਸ ਗਲੈਂਡ। ਠੀਕ ਹੈ ਜੀ, ਉਹ ਹੈ ਥਾਈਮਸ ਗਲੈਂਡ ਜੋ ਕਿ ਉਮਰ ਦੇ ਵਧਣ ਦੇ ਨਾਲ ਸਾਈਜ਼ ਵਿੱਚ ਛੋਟਾ ਹੁੰਦਾ ਜਾਂਦਾ ਹੈ। ਦੇਖੋ ਥਾਇਰਾਇਡ ਗਲੈਂਡ ਦੇ ਨਾਲ ਜੁੜੀ ਇੱਕ ਬਿਮਾਰੀ ਹੁੰਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਗਿੱਲੜ ਰੋਗ। ਠੀਕ ਹੈ, ਗਿੱਲੜ ਦਾ ਰੋਗ ਕਿਹਾ ਜਾਂਦਾ ਹੈ, ਜਿਸ ਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ ਹੈ ਗੋਇਟਰ। ਠੀਕ ਹੈ, ਤਾਂ ਇਹ ਪੁੱਛਿਆ ਜਾਂਦਾ ਕਿ ਕਿਸ ਦੀ ਕਮੀ ਕਾਰਨ ਹੁੰਦੀ ਹੈ? ਤਾਂ ਇਹ ਆਇਓਡੀਨ ਦੀ ਕਮੀ ਕਾਰਨ ਹੁੰਦੀ ਹੈ। ਤੇ ਕਿਸ ਗਲੈਂਡ ਦੀ ਬਿਮਾਰੀ ਹੁੰਦੀ ਹੈ? ਇਹ ਥਾਇਰਾਇਡ ਗਲੈਂਡ ਦੀ ਬਿਮਾਰੀ ਹੁੰਦੀ ਹੈ, ਜਿਸ ਵਿੱਚ ਥਾਇਰਾਇਡ ਗਲੈਂਡ ਸਵੋਲਨ ਹੋ ਜਾਂਦਾ ਹੈ, ਸੁੱਜ ਜਾਂਦਾ ਹੈ। ਠੀਕ ਹੈ ਜੀ, ਇਹ ਆਇਓਡੀਨ ਦੀ ਕਮੀ ਦੇ ਕਾਰਨ ਹੁੰਦੀ ਹੈ। ਨੈਕਸਟ ਆਉਂਦਾ ਕਿ ਵਟ ਇਜ਼ ਦਾ ਗੈਸਟੇਸ਼ਨ ਪੀਰੀਅਡ ਆਫ ਹਿਊਮਨ। ਮਨੁੱਖ ਦੀ ਗਰਭ ਅਵਸਥਾ ਕਿੰਨੀ ਹੁੰਦੀ ਹੈ? ਤਾਂ ਇੱਕ ਜੋ ਹਿਊਮਨ ਦੇ ਵਿੱਚ ਗੈਸਟੇਸ਼ਨ ਪੀਰੀਅਡ ਹੈ ਉਹ ਹੈ 9 ਮੰਥ ਦਾ। ਲਗਭਗ 253 ਤੋਂ 266 ਦਿਨ ਦਾ ਗਰਭ ਅਵਸਥਾ ਹੁੰਦੀ ਹੈ, ਗਰਭ ਪੀਰੀਅਡ ਹੁੰਦਾ ਜਿਸ ਵਿੱਚ ਬੇਬੀ ਦਾ, ਠੀਕ ਹੈ, ਪ੍ਰੈਗਨੈਂਸੀ ਤੋਂ ਲੈ ਕੇ ਇੱਕ ਲੇਡੀਜ਼ ਦੀ ਪ੍ਰੈਗਨੈਂਸੀ ਤੋਂ ਲੈ ਕੇ ਬੇਬੀ ਦੀ ਡਿਲੀਵਰੀ ਤੱਕ ਦਾ ਟਾਈਮ ਹੁੰਦਾ ਹੈ, ਉਹ ਕਿੰਨਾ ਹੁੰਦਾ ਹੈ? 9 ਮੰਥ ਹੁੰਦਾ ਹੈ। ਤੇ ਉਸ ਟਾਈਮ ਪੀਰੀਅਡ ਨੂੰ ਕੀ ਕਿਹਾ ਜਾਂਦਾ ਹੈ? ਗੈਸਟੇਸ਼ਨ ਪੀਰੀਅਡ ਕਿਹਾ ਜਾਂਦਾ ਹੈ। ਦੇਖੋ ਜੈਸੇ ਸਾਨੂੰ ਪਤਾ ਹੈ ਕਿ ਆਪਾਂ ਹਿਊਮਨਸ ਵਗੈਰਾ ਹੋਰ ਸਾਰੇ ਜੋ ਵੀ ਧਨਧਾਰੀ ਜਾਨਵਰ ਆ ਉਹ ਸਾਰੇ ਮੈਮਲਸ ਆ, ਜਿਨ੍ਹਾਂ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਧਨਧਾਰੀ। ਠੀਕ ਹੈ ਜੀ, ਧਨਧਾਰੀ। ਤਾਂ ਪੁੱਛਿਆ ਜਾਂਦਾ ਕਿ ਮੈਮਲਸ ਜਾਂ ਧਨਧਾਰੀਆਂ ਵਿੱਚ ਸਭ ਤੋਂ ਵੱਡਾ ਗੈਸਟੇਸ਼ਨ ਪੀਰੀਅਡ ਕਿਸ ਦਾ ਹੈ? ਤਾਂ ਉਹ ਹੈ ਫੀਮੇਲ ਹਾਥੀ ਦਾ। ਠੀਕ ਹੈ ਜੀ, ਜੋ ਮਾਦਾ ਹਥਨੀ ਹੈ, ਮਾਦਾ ਹਾਥੀ ਹੈ, ਉਸ ਦਾ ਸਭ ਤੋਂ ਵੱਡਾ ਗੈਸਟੇਸ਼ਨ ਪੀਰੀਅਡ ਹੈ। ਠੀਕ ਹੈ, ਸਭ ਤੋਂ ਵੱਡਾ ਗੈਸਟੇਸ਼ਨ ਪੀਰੀਅਡ ਹੈ। ਇਹ ਲਗਭਗ 1.5 ਤੋਂ 2 ਸਾਲ ਦਾ ਹੁੰਦਾ ਹੈ। ਲਗਭਗ 1.5 ਤੋਂ 2 ਸਾਲ ਦਾ ਹੁੰਦਾ ਹੈ ਗੈਸਟੇਸ਼ਨ ਪੀਰੀਅਡ ਇੱਕ ਐਲੀਫੈਂਟ ਦੇ ਵਿੱਚ। ਠੀਕ ਹੈ, ਇੱਕ ਫੀਮੇਲ ਐਲੀਫੈਂਟ ਦੇ ਵਿੱਚ 1.5 ਤੋਂ 2 ਸਾਲ ਦਾ ਹੁੰਦਾ ਹੈ। ਅਗਰ ਤੁਸੀਂ ਇਸ ਨੂੰ ਦਿਨਾਂ ਦੇ ਹਿਸਾਬ ਨਾਲ ਲਾਈਏ ਤਾਂ ਇਹ 640 ਤੋਂ ਲੈ ਕੇ 660 ਦਿਨ ਹੁੰਦਾ ਹੈ। 640 ਤੋਂ ਲੈ ਕੇ 660 ਦਿਨ ਹੁੰਦਾ ਹੈ। ਠੀਕ ਹੈ, ਗਰਭ ਅਵਸਥਾ ਇੱਕ ਹਾਥੀ ਦੀ। ਤਾਂ ਇਹ ਸੀਗਾ ਗੈਸਟੇਸ਼ਨ ਪੀਰੀਅਡ ਬਾਰੇ। ਨੈਕਸਟ, ਵਿਚ ਇਜ਼ ਦਾ ਨਾਰਮਲ ਹਾਰਟ ਬੀਟ ਆਫ ਹਿਊਮਨ। ਇੱਕ ਮਨੁੱਖ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ? 72 ਤੋਂ 75 ਮਿੰਟ। ਠੀਕ ਹੈ ਜੀ, 72 ਤੋਂ 75 ਪਰ ਮਿੰਟ ਇੱਕ ਹਿਊਮਨ ਦਾ ਹਾਰਟ ਹੈ ਜੋ ਦਿਲ ਹੈ ਧੜਕਦਾ ਹੈ। ਠੀਕ ਹੈ ਜੀ, ਤਾਂ ਇਹ ਪੁੱਛ ਸਕਦੇ ਨੇ ਕਿ ਇੱਕ ਹਿਊਮਨ ਦਾ ਜੋ ਹਾਰਟ ਬੀਟ ਹੈ ਨਾਰਮਲੀ ਕਿੰਨੀ ਹੁੰਦੀ ਹੈ? ਉਹ 72 ਤੋਂ 75 ਹੁੰਦੀ ਹੈ ਪਰ ਮਿੰਟ ਦੇ ਹਿਸਾਬ ਨਾਲ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤੇ ਹਿਊਮਨਸ ਦੇ ਵਿੱਚ 4 ਚੈਂਬਰਡ ਹਾਰਟ ਹੁੰਦਾ ਹੈ। ਠੀਕ ਹੈ, 4 ਚੈਂਬਰਡ ਹਾਰਟ ਹੁੰਦਾ ਹੈ ਇੱਕ ਹਿਊਮਨਸ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ, ਵਿਚ ਇਜ਼ ਦਾ ਲਾਰਜੈਸਟ ਗਲੈਂਡ ਆਫ ਹਿਊਮਨ ਬੋਡੀ। ਹਿਊਮਨ ਬੋਡੀ ਦਾ ਸਭ ਤੋਂ ਵੱਡਾ ਗਲੈਂਡ ਕਿਹੜਾ ਹੈ? ਇਟ ਇਜ਼ ਲੀਵਰ। ਦੇਖੋ ਉਹਨਾਂ ਨੇ ਕੋਈ ਐਕਜ਼ੋ ਜਾਂ ਐਂਡੋਕਰਾਈਨ ਗਲੈਂਡ ਨਹੀਂ ਪੁੱਛਿਆ, ਉਹਨਾਂ ਨੇ ਪੁੱਛਿਆ ਕਿ ਸਭ ਤੋਂ ਵੱਡਾ ਗਲੈਂਡ ਕਿਹੜਾ ਹੈ? ਤਾਂ ਉਹ ਹੈ ਲੀਵਰ, ਜਿਗਰ। ਠੀਕ ਹੈ, ਜਿਗਰ ਹੈ ਜੋ ਸਭ ਤੋਂ ਵੱਡਾ ਗਲੈਂਡ ਹੈ। ਤੇ ਜਿਗਰ ਦੇ ਕੁਐਸਚਨ ਹੁੰਦਾ ਹੈ ਕਿ ਸਭ ਤੋਂ ਜ਼ਿਆਦਾ ਠੀਕ ਹੋਣ ਦੀ ਜੋ ਤਾਕਤ ਹੈ, ਠੀਕ ਹੋਣ ਦੀ ਤਾਕਤ ਜਾਂ ਕਹਿ ਸਕਦੇ ਹਾਂ ਰੀਜਨਰੇਸ਼ਨ ਪਾਵਰ ਕਿਸ ਦੇ ਕੋਲ ਹੈ ਸਭ ਤੋਂ ਜ਼ਿਆਦਾ? ਤਾਂ ਉਹ ਕਿਸ ਦੇ ਕੋਲ ਹੈ? ਲੀਵਰ ਦੇ ਕੋਲ। ਠੀਕ ਹੈ, ਲੀਵਰ ਤੋਂ ਬਾਅਦ ਕੌਣ ਆਉਂਦੀ ਹੈ? ਸਕਿਨ। ਠੀਕ ਹੈ, ਤਾਂ ਸਭ ਤੋਂ ਜ਼ਿਆਦਾ ਜੋ ਪਾਵਰ ਕਿਸ ਦੇ ਕੋਲ ਹੈ? ਲੀਵਰ ਦੇ ਕੋਲ। ਅਗਰ ਤੁਸੀਂ ਤੁਹਾਡਾ 90% ਲੀਵਰ ਖਰਾਬ ਹੁੰਦਾ ਹੈ ਤੇ ਪਿੱਛੇ 10% ਵੀ ਬਚਦਾ ਹੈ ਤਾਂ ਡਾਕਟਰ ਉਸ 90 ਨੂੰ ਕੱਟ ਕੇ ਤੁਹਾਡੇ 10% ਦੇ ਵਿੱਚੋਂ ਹੀ ਤੁਹਾਡਾ ਸਾਰੇ ਦਾ ਸਾਰਾ ਲੀਵਰ ਫਿਰ ਤੋਂ ਬਣ ਸਕਦਾ ਹੈ। ਇਸ ਨੂੰ ਕਹਿੰਦੇ ਨੇ ਰੀਜਨਰੇਸ਼ਨ ਪਾਵਰ। ਠੀਕ ਹੈ ਜੀ, ਤਾਂ ਸਭ ਤੋਂ ਜ਼ਿਆਦਾ ਕਿਸ ਦੀ ਹੈ? ਲੀਵਰ ਦੀ। ਤੇ ਪੁੱਛਣ ਕਿ ਸਭ ਤੋਂ ਘੱਟ ਰੀਜਨਰੇਸ਼ਨ ਪਾਵਰ ਕਿਸ ਦੀ ਹੈ? ਸਭ ਤੋਂ ਘੱਟ ਹੈ ਬ੍ਰੇਨ ਸੈਲਸ ਦੀ। ਠੀਕ ਹੈ ਜੀ, ਸਭ ਤੋਂ ਘੱਟ ਰੀਜਨਰੇਸ਼ਨ ਪਾਵਰ ਕਿਸ ਦੀ ਹੈ? ਬ੍ਰੇਨ ਸੈਲਸ ਦੀ। ਇਹ ਤੁਸੀਂ ਯਾਦ ਰੱਖਣਾ ਹੈ।
ਵਿਚ ਇਜ਼ ਦ ਲਾਰਜੈਸਟ ਮਸਲ ਇਨ ਹਿਊਮਨ ਬੋਡੀ। ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਮਾਸਪੇਸ਼ੀ ਕਿਹੜੀ ਹੈ? ਤਾਂ ਉਹ ਹੈ ਗਲੂਟਸ ਮੈਕਸਿਮਸ। ਗਲੂਟਸ ਮੈਕਸਿਮਸ ਜੋ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਮਾਸਪੇਸ਼ੀ ਹੈ, ਜਿਸ ਨੂੰ ਤੁਸੀਂ ਕਹਿ ਸਕਦੇ ਹੋ ਕੁੱਲੇ ਦੀ ਹੱਡੀ। ਠੀਕ ਹੈ ਜੀ, ਕੁੱਲੇ ਦੀ ਮਾਸਪੇਸ਼ੀਆਂ ਨੇ ਜੋ ਉਸ ਨੂੰ ਕਿਹਾ ਜਾਂਦਾ ਹੈ ਗਲੂਟਸ ਮੈਕਸਿਮਸ, ਤੇ ਇਹ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਮਾਸਪੇਸ਼ੀ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਤੋ ਇਹ ਚੀਜ਼ ਆਪਾਂ ਪੜ੍ਹ ਚੁੱਕੇ ਹਾਂ ਕਿ ਵਿਚ ਇਜ਼ ਦੀ ਲਾਰਜੈਸਟ ਵਾਈਟ ਬਲੱਡ ਸੈੱਲ। ਵਾਈਟ ਬਲੱਡ ਸੈੱਲ ਦਾ ਸਭ ਤੋਂ ਵੱਡਾ ਸੈੱਲ ਕਿਹੜਾ ਹੈ? ਇਹ ਹੈ ਮੋਨੋਸਾਈਟ। ਠੀਕ ਹੈ ਜੀ, ਇਹ ਸਭ ਤੋਂ ਵੱਡਾ ਵਾਈਟ ਬਲੱਡ ਸੈੱਲ ਹੈ ਹਿਊਮਨ ਬੋਡੀ ਦੇ ਵਿੱਚ। ਤੇ ਸਭ ਤੋਂ ਛੋਟਾ ਕਿਹੜਾ ਹੈ? ਸਭ ਤੋਂ ਛੋਟਾ ਹੈ ਲਿੰਫੋਸਾਈਟ। ਲਿੰਫੋਸਾਈਟ ਸਭ ਤੋਂ ਛੋਟਾ ਵਾਈਟ ਬਲੱਡ ਸੈੱਲ ਹੈ। ਤੇ ਅਗਲਾ ਕੁਐਸਚਨ ਹੈ ਕਿ ਵਟ ਆਰ ਦਾ ਟੋਟਲ ਨੰਬਰ ਆਫ ਬੋਨਸ ਇਨ ਹਿਊਮਨ ਬੋਡੀ। ਮਨੁੱਖੀ ਸਰੀਰ ਵਿੱਚ ਹੱਡੀਆਂ ਦੀ ਕੁੱਲ ਗਿਣਤੀ ਕਿੰਨੀ ਹੈ? ਤਾਂ ਇਹ ਹੈ 206। 206 ਹੱਡੀਆਂ ਪਾਈਆਂ ਜਾਂਦੀਆਂ ਨੇ ਇੱਕ ਮਨੁੱਖੀ ਸਰੀਰ ਦੇ ਵਿੱਚ। ਅਗਰ ਪੁੱਛਿਆ ਜਾਵੇ, ਦੇਖੋ ਇਹ 206 ਹੱਡੀਆਂ ਕਿਸ ਦੇ ਵਿੱਚ ਪਾਈਆਂ ਜਾਂਦੀਆਂ ਨੇ? ਬਾਲਗ ਦੇ ਵਿੱਚ। ਠੀਕ ਹੈ, ਇੱਕ ਬਾਲਗ ਮਨੁੱਖ ਦੇ ਵਿੱਚ, ਯਾਨੀ ਕਿ ਇੱਕ ਅਡਲਟ ਹਿਊਮਨ ਦੇ ਵਿੱਚ ਕਿੰਨੀਆਂ ਪਾਈਆਂ ਜਾਂਦੀਆਂ ਨੇ? 206। ਅਗਰ ਪੁੱਛਿਆ ਜਾਵੇ ਕਿ ਜੋ ਨਿਊ ਬੋਰਨ ਬੇਬੀ ਹੈ, ਜੋ ਅਜੇ ਜੰਮਿਆ ਹੈ ਬੱਚਾ, ਉਸ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ? ਤਾਂ ਉਸ ਦੇ ਵਿੱਚ ਲਗਭਗ 300 ਹੱਡੀਆਂ ਹੁੰਦੀਆਂ ਨੇ। ਠੀਕ ਹੈ, ਉਸ ਵਿੱਚ ਲਗਭਗ 300 ਹੱਡੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਜਦੋਂ ਉਹ ਚਾਈਲਡ ਬਣਦਾ ਹੈ, ਮਤਲਬ 5 ਸਾਲ ਤੋਂ ਉੱਪਰ ਹੁੰਦਾ ਹੈ, ਤਾਂ ਇਸ ਦੇ ਵਿੱਚ ਲਗਭਗ 250 ਤੋਂ 270 ਹੱਡੀਆਂ ਹੁੰਦੀਆਂ ਨੇ, ਜੋ ਕਿ ਉਸਦੇ ਮੈਚਿਓਰ ਹੋਣ ਤੱਕ, ਠੀਕ ਹੈ ਜੀ, ਫਿਊਜ਼ ਹੋ ਕੇ ਕਿੰਨੀਆਂ ਰਹਿ ਜਾਂਦੀਆਂ ਨੇ? ਆਖਿਰ ਵਿੱਚ 206 ਹੱਡੀਆਂ ਰਹਿ ਜਾਂਦੀਆਂ ਨੇ। ਤੇ ਇਸ ਦੇ ਨਾਲ ਹੀ ਅੱਜ ਦਾ ਆਪਣਾ ਲੈਕਚਰ ਸਮਾਪਤ ਹੁੰਦਾ ਹੈ। ਅਗਰ ਤੁਹਾਨੂੰ ਸਾਡੀ ਇਹ ਕੀਤੀ ਹੋਈ ਮਿਹਨਤ ਅੱਛੀ ਲੱਗੀ, ਪਸੰਦ ਆਈ, ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਡੀ ਇਸ ਵੀਡੀਓ ਨੂੰ ਲਾਈਕ ਕਰੋ, ਤੇ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਸਾਨੂੰ ਜੁਆਇਨ ਕਰੋ। ਤੇ ਅਸੀਂ ਇਸ ਤਰ੍ਹਾਂ ਹੀ ਤੁਹਾਡੀ ਹੈਲਪ ਕਰਦੇ ਰਹਾਂਗੇ ਪੰਜਾਬ ਦੇ ਹੋਰ ਵੀ ਸਾਰੇ ਪੇਪਰਾਂ ਨੂੰ ਕਲੀਅਰ ਕਰਨ ਦੇ ਵਿੱਚ। ਧੰਨਵਾਦ।